ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ। ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਕਰਾਂਗੇ ਅਸੀਂ ਰਾਹਤ ਦੀ। ਰਾਹਤ ਜੋ ਆਮ ਲੋਕਾਂ ਨੂੰ ਮਿਲੀ ਹੈ 3 ਟੋਲ ਪਲਾਜ਼ਾ ਬੰਦ ਹੋਣ ਦੀ ਵਜ੍ਹਾ ਦੇ ਨਾਲ, ਤੇ ਇਸ ਤੇ ਸਿਆਸਤ ਹੋ ਰਹੀ ਹੈ। ਮੈਂ ਸਿਆਸਤ ਦੀ ਗੱਲ ਕਰਾਂਗਾ, ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਟੋਲ ਪਲਾਜ਼ੇ ਬੰਦ ਕਿਹੜੇ ਹੋਏ ਨੇ। ਟੋਲ ਪਲਾਜ਼ੇ 3 ਬੰਦ ਹੋਏ ਨੇ। ਮਾਨਗੜ੍ਹ ਤੇ ਨੰਗਲ ਸ਼ਹੀਦਾਂ ਜੋ ਹੁਸ਼ਿਆਰਪੁਰ ਦੇ ਵਿੱਚ ਆਉਂਦਾ ਹੈ, ਤੇ ਇੱਕ ਨਵਾਂ ਸ਼ਹਿਰ ਦੇ ਵਿੱਚ ਜੋ ਮਾਜਰੀ ਟੋਲ ਪਲਾਜ਼ਾ ਆਉਂਦਾ ਹੈ ਉਸ ਨੂੰ ਬੰਦ ਕਰਵਾ ਦਿੱਤਾ ਗਿਆ ਹੈ। यानी जे तुसी रोपड़ तो हुशियारपुर वाले पासे जाओगे तो 2 टोल गढ़शंकर वाली रोड के उत्ते मिलते हैं जो बंद किए गए हैं या करवाए गए हैं, तो एक नवां शहर वाले पासे आउंदा है। मुख्यमंत्री खुद इत्थे पहुंचे हुए सन ते टोल बंद करवा दिते ते दावा किया कि यह टोल तो पहलां भी बंद करवाए जा सकते सी पर नहीं करवाए गए। इत्थों तक कहा गया कि इन्हां नूं एक तरीके नाल इजाजत दी गई लोकां दी कमाई लुट्टण दी, ताकि पैसे की लुट की गई या होण दित्ती गई। तो अज सवाल सीधा कि टोलों की म्याद मुक चुकी सी यानी बंद हो गई सी, या फिर मुका दी गई इन्हां दी म्याद, या टोल बंद करवा दिते गए। तो कि पहलां दीयां सरकारां ने इन्हां टोलों नूं बंद करवाउण वाले पासे कोई कदम नहीं चुकिया। एक सच ये भी है कि जिहड़े टोल लग जांदे ने, ये शायद दर्शक भी सहमत होणगे कि टोल कोई बंद हुंदा औखा ही दिखदा है। जिहड़ा एक बार लग गया तो लोग भी उस दे नाल समझ जांदे ने कि हुण ये तां सारी जिंदगी इत्थों लंघना पैना ते टोल देना ही पैना। पर टोल बंद होए ने, 3 टोल बंद होए ने। इस तो पहला भी सीएम पहुंचे सी एक थां दे उत्ते टोल बंद करवाउण दे लई। इस दे उत्ते गलबात करांगे। असीं शुरुआत करदे हां एक रिपोर्ट दे नाल। गल होवेगी सियासत दी, क्योंकि टोल दे नाम दे उत्ते पॉलिटिकल ट्रैफिक इस समय नजर आ रहा है। चर्चा होएगी, पर पहला उस तो एक रिपोर्ट देखते हैं। म्याद खत्म, टोल ते ताला। हुशियारपुर चंडीगढ़ रोड ते नंगल शहीदा टोल प्लाजा बंद। हुशियारपुर दसूहा रोड ते मानगढ़ टोल प्लाजा बंद। नवां शहर दा माजरी टोल प्लाजा भी बंद। यही 3 टोल प्लाजा ने जिन्हां ते बुधवार नूं ताला जड़ दिता गया। जाए कहा जावे कि जनता दी जेब ते पिया टोल दा ताला खोल दिता गया। खुद मुख्यमंत्री हुशियारपुर पहुंचे ते ऐलान किया टोल बंद करने का। मुख्यमंत्री ने कहा कि यह टोल 10 साल पहला भी बंद हो सकते सन। उन्होंने पिछलियां सरकारां नूं भी निशाने ते लिया। ਅੱਜ 3 टोल प्लाजे ਜਿਹੜੇ ਨੇ ਉਹ ਬੰਦ ਹੋ ਰਹੇ ਨੇ। ਅੱਜ ਉਹਨਾਂ ਦੀ ਮਿਆਦ ਪੁੱਗ ਗਈ। ਆਮ ਤੌਰ ਤੇ ਅੱਜ ਸ਼ਾਮ ਨੂੰ ਜਿਹੜੀਆਂ ਡਿਬੇਟਾਂ ਚੱਲਣਗੀਆਂ ਉਹਦੇ 'ਚ ਇਹ ਦੋਨੇ ਆਉਂਦੇ ਆ, ਕਾਂਗਰਸੀ ਤੇ ਅਕਾਲੀ ਤੇ ਭਾਜਪਾ ਵਾਲੇ। ਉਹ ਕਹਿੰਗੇ ਜਦੋਂ ਮਿਆਦ ਹੀ ਪੁੱਗ ਗਈ ਸੀ ਇਹਨੂੰ ਬੰਦ ਕਰਨ ਦੀ ਕੀ ਲੋੜ ਸੀ। मुख्यमंत्री ने खुलासा किया कि कंपनी नूं ब्लैकलिस्ट करने दे लई नोटिस भेजा गया है, जबकि 3 टोल बंद होने दे नाल लोकां नूं रोजाना 10 लाख तो वधेरे दी बचत होवेगी। मुख्यमंत्री ने यह भी दावा किया कि जेकर लोड़ पई तां अदालत दा रुख भी किया जा सकता है। उधर कांग्रेस ने इस नूं सरकार दा शो ऑफ करार दिता है। 3 टोल प्लाजे ने माजरी, नंगल शहीदां ते मानगढ़। ਅੱਜ ਅਸੀਂ ਇਹਨੂੰ ਬੰਦ ਕਰ ਰਹੇ ਹਾਂ, 3 ਟੋਲ ਪਲਾਜ਼ਿਆਂ ਨੂੰ। ਸਾਡੇ ਤੋਂ ਹੁਣ ਇਹ ਐਕਸਟੈਂਸ਼ਨ ਮੰਗਦੇ ਸੀ, ਅਸੀਂ ਉਹਨਾਂ ਨੂੰ ਨਹੀਂ ਦਿੱਤੀ। ਨਾਲ ਨਾਲ ਅਸੀਂ ਇਹਨਾਂ ਨੂੰ ਸ਼ੋਅ ਕਾਜ਼ ਦਾ ਨੋਟਿਸ ਭੇਜ ਰਹੇ ਹਾਂ ਕਿ ਤੁਸੀਂ ਬਾਰ-ਬਾਰ ਸਮਝੌਤੇ ਤੋੜ ਰਹੇ ਹੋ, ਕਿਉਂ ਨਾ ਤੁਹਾਨੂੰ ਅਸੀਂ ਬਲੈਕ ਲਿਸਟ ਕਰ ਦਈਏ। ਜੇ ਬਲੈਕ ਲਿਸਟ ਹੋ ਗਏ ਪੂਰੇ ਕੰਟਰੀ ਦੇ ਵਿੱਚ ਇਹਨਾਂ ਨੂੰ ਕਿਤੇ ਸੜਕਾਂ ਦੇ ਠੇਕੇ ਨਹੀਂ ਮਿਲਣਗੇ। ਸਸਤੀ ਸ਼ੋਹਰਤ ਲੈਣ ਲਈ ਜਿਹੜੇ ਟੋਲ ਪਲਾਜ਼ਿਆਂ ਦਾ ਟਾਈਮ ਹੀ ਪੂਰਾ ਹੋ ਗਿਆ, ਤੇ ਅੰਮ੍ਰਿਤਸਰ ਵਾਲਾ ਅੱਜ ਹੀ ਚੁੱਕਣ ਕਰਨ ਅਨਾਉਂਸ, ਬਿਆਸ ਵਾਲਾ ਚੁੱਕ ਦੇਣ, ਤੇ ਨਾਲ ਹੀ ਜਿਹੜੇ ਹੋਰ ਕੋਈ ਉਹ ਵੀ ਜਲਦੀ ਕਰ ਦੇਣ। ਮੇਰੇ ਖਿਆਲ ਸਾਲ ਵੀ ਜਿੰਨਾ ਦਾ ਪਿਆ ਉਹਨਾਂ ਦਾ ਕਰ ਦੇਣਾ ਚਾਹੀਦਾ। ਗਲਤ ਬਿਆਨੀ ਕਰਨੀ ਠੀਕ ਨਹੀਂ ਗੌਰਮੈਂਟ ਦੀ। ਇਹ ਤੀਜੀ ਵਾਰ ਹੈ ਜਦੋਂ ਸੂਬੇ ਦੇ ਮੁੱਖ ਮੰਤਰੀ ਨੇ ਟੋਲ ਪਲਾਜ਼ਾ ਬੰਦ ਕਰਾਉਣ ਦਾ ਬੀੜਾ ਆਪ ਚੁੱਕਿਆ। ਇਸ ਤੋਂ ਪਹਿਲਾਂ ਵੀ ਸੀਐਮ ਵੱਖ-ਵੱਖ ਥਾਵਾਂ ਤੇ ਖੁਦ ਜਾ ਕੇ ਟੋਲ ਪਲਾਜ਼ਾ ਬੰਦ ਕਰਾ ਚੁੱਕੇ ਨੇ, ਜਿਸ ਕਰਕੇ ਹੁਣ ਵਿਰੋਧੀ ਇਸ ਨੂੰ ਸ਼ੋਅ ਆਫ ਦਾ ਤਰੀਕਾ ਕਰਾਰ ਦੇ ਰਹੇ ਨੇ। ਹੁਸ਼ਿਆਰਪੁਰ ਤੋਂ ਪੰਕਜ ਕਬਾਹੀ ਦੀ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਅੱਜ ਚਰਚਾ ਇਸ ਮੁੱਦੇ ਉੱਤੇ ਹੀ ਹੋਏਗੀ। ਟੋਲ ਪਲਾਜ਼ਾ ਸਿੱਧਾ ਆਮ ਲੋਕਾਂ ਦੇ ਨਾਲ ਜੁੜਿਆ ਹੁੰਦਾ ਹੈ, ਕਿਉਂਕਿ ਉੱਥੋਂ ਜਦੋਂ ਲੰਘਣਾ ਪੈਂਦਾ ਤਾਂ ਪੈਸੇ ਦੇਣੇ ਪੈਂਦੇ ਨੇ। ਇਸ ਕਰਕੇ ਲੋਕ ਪੁੱਛਦੇ ਨੇ। ਇਹ ਆਮ ਤੌਰ ਤੇ ਚਰਚਾ ਤੁਸੀਂ ਵੀ ਕਈ ਵਾਰ ਕੀਤੀ ਹੋਏਗੀ ਜਾਂ ਸੁਣੀ ਹੋਏਗੀ ਕਿ ਜਦੋਂ ਅਸੀਂ ਕੋਈ ਗੱਡੀ ਖਰੀਦਦੇ ਹਾਂ ਜਾਂ ਫਿਰ ਕੋਈ ਅਸੀਂ ਆਪਣਾ ਵਹੀਕਲ 2 ਵੀਲਰ ਖਰੀਦਦੇ ਹਾਂ ਤਾਂ ਉਸ ਸਮੇਂ ਟੈਕਸ ਸਾਨੂੰ ਦੇਣਾ ਪੈਂਦਾ ਹੈ, ਕਿ ਜਦੋਂ ਉਸ ਸਮੇਂ ਟੈਕਸ ਦੇ ਦਿੱਤਾ ਤਾਂ ਫਿਰ ਆਖਿਰ ਬਾਅਦ ਦੇ ਵਿੱਚ ਅਸੀਂ ਕਿਉਂ ਟੋਲ ਦਿੰਦੇ ਰਹੀਏ ਜਾਂ ਵੱਖ-ਵੱਖ ਤਰੀਕੇ ਦੇ ਟੈਕਸ ਕਿਉਂ ਦਿੰਦੇ ਰਹੀਏ। ਇਹ ਆਮ ਤੌਰ ਤੇ ਲੋਕ ਪੁੱਛਦੇ ਨੇ। ਖੈਰ, ਟੋਲ ਬੰਦ ਹੋਏ ਨੇ 3, ਇਹ ਇੱਕ ਪਹਿਲਾ ਪੁਆਇੰਟ ਹੈ। ਦੂਜੇ ਪਾਸੇ ਸਰਕਾਰ ਦਾਅਵਾ ਕਰ ਰਹੀ ਹੈ ਕਿ ਇਹ ਟੋਲ ਬੰਦ ਕਰਵਾਏ ਗਏ ਨੇ, ਔਰ ਇਹ ਪਹਿਲਾਂ ਵੀ ਬੰਦ ਹੋ ਸਕਦੇ ਸੀ। ਦਾਅਵਾ ਇਹ ਵੀ ਸੀ ਕਿ 2013 ਜਾਂ 2018 ਦੇ ਵਿੱਚ ਇਹ ਦੋਵੇਂ 3 ਟੋਲ ਪਲਾਜ਼ੇ ਬੰਦ ਹੋ ਸਕਦੇ ਸੀ। ਉਸ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਗਿਆ। ਇਲਜ਼ਾਮ ਇਹ ਵੀ ਲਗਾਏ ਗਏ
ਕਿ ਕਰੋੜਾਂ ਰੁਪਏ ਦਾ ਜੁਰਮਾਨਾ ਹੋਇਆ ਜੋ ਅਕਾਲੀ ਦਲ ਨੇ ਮਾਫ ਕਰ ਦਿੱਤਾ। ਅਕਾਲੀ ਦਲ ਤੋਂ ਵੀ ਅੱਜ ਰਿਐਕਸ਼ਨ ਲੈਣਾ ਬਹੁਤ ਜ਼ਰੂਰੀ ਹੋਏਗਾ। ਚਰਚਾ ਦੇ ਵਿੱਚ ਉਹ ਵੀ ਸਾਡੇ ਨਾਲ ਜੁੜਨਗੇ। ਸੀਐਮ ਦੀ ਸਟੇਟਮੈਂਟਸ ਅਸੀਂ ਗ੍ਰਾਫਿਕਸ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਮੈਂ ਸ਼ੁਰੂਆਤ ਕਰਦਾ ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋ ਰਹੇ ਨੇ। ਸਾਡੇ ਨਾਲ ਜਗਤਾਰ ਸਿੰਘ ਸੰਘੇੜਾ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਸੰਘੇੜਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਸਾਡੇ ਨਾਲ ਜੈਬੰਸ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਜੈਬੰਸ ਜੀ ਬਹੁਤ-ਬਹੁਤ ਸਵਾਗਤ ਹੈ। ਪੀਰ ਮੁਹੰਮਦ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਪੀਰ ਮੁਹੰਮਦ ਜੀ ਬਹੁਤ-ਬਹੁਤ ਸਵਾਗਤ ਹੈ। ਤੇ ਇਸ ਦੇ ਨਾਲ ਹੀ ਸਾਡੇ ਨਾਲ ਜਸਕਰਨ ਸਿੰਘ ਕਾਲੋਂ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ, ਸਟੂਡੀਓ ਦੇ ਵਿੱਚ ਮੌਜੂਦ ਨੇ। ਸਰ ਬਹੁਤ-ਬਹੁਤ ਸਵਾਗਤ ਹੈ ਕਾਲੋਂ ਸਾਹਿਬ ਤੁਹਾਡਾ ਵੀ। ਮੈਂ ਸ਼ੁਰੂਆਤ ਕਰਦਾ ਸੰਘੇੜਾ ਸਾਹਿਬ, ਉਮੀਦ ਹੈ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ। ਤੁਸੀਂ ਹੈੱਡਫੋਨਸ ਲਗਾ ਰਹੇ ਸੀ, ਸਕਾਈਪ ਦੇ ਜ਼ਰੀਏ ਜੁੜੇ ਹੋ, ਹੋਪਫੁਲੀ ਆਵਾਜ਼ ਪਹੁੰਚ ਰਹੀ ਹੋਏਗੀ। ਮੈਂ ਸ਼ੁਰੂਆਤ ਤੁਹਾਡੇ ਤੋਂ ਕਰਦਾ। ਟੋਲ ਪਲਾਜ਼ੇ 3 ਬੰਦ ਹੋ ਗਏ, ਲੋਕਾਂ ਨੂੰ ਰਾਹਤ ਮਿਲੇਗੀ, ਉਸ ਦੇ ਨਾਲ ਕੋਈ ਦੋ ਰਾਏ ਕਿਸੇ ਦੇ ਮਨ ਦੇ ਵਿੱਚ ਨਹੀਂ ਹੋਏਗੀ। ਪੁਆਇੰਟ ਇਹ ਹੈ, ਤੁਹਾਡੇ ਵਿਰੋਧੀ ਕਹਿ ਰਹੇ ਆ ਕਿ ਇਹ ਤਾਂ ਮੁੱਕ ਚੱਲੀ ਸੀ ਮਿਆਦ, ਇਹ ਤਾਂ 14 ਤਰੀਕ ਨੂੰ ਮਿਆਦ ਮੁੱਕ ਗਈ, ਤੁਸੀਂ ਅਗਲੇ ਦਿਨ ਉੱਥੇ ਜਾ ਕੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਹੋ। ਸਮਝਾ ਦਿਓ ਕਿ ਟੋਲ ਪਲਾਜ਼ੇ ਬੰਦ ਹੋਏ ਨੇ, ਬੰਦ ਹੋ ਗਏ ਨੇ ਜਾਂ ਬੰਦ ਕਰਵਾਏ ਗਏ ਨੇ? ਬੰਦ ਕਰਵਾਏ ਗਏ ਨੇ ਚਿੱਟੇ ਦਿਨ ਗੌਰਵ ਜੀ। ਬਾਕੀ ਰਹੀ ਵਿਰੋਧੀਆਂ ਦੀ ਗੱਲ, ਵਿਰੋਧੀ ਤਾਂ ਇਹ ਵੀ ਕਹਿ ਸਕਦੇ ਆ ਕਿ ਜੇ ਸਾਡੀ ਸਰਕਾਰ ਹੁੰਦੀ ਅਸੀਂ ਸਾਰੇ ਪੰਜਾਬ ਦੇ ਟੋਲ ਪਲਾਜ਼ੇ ਬੰਦ ਕਰਾ ਦੇਣੇ ਸੀ। ਸੋ ਇਹ ਸਾਰਿਆਂ ਨੂੰ ਪਤਾ ਆ ਕਿ ਕਿਸ ਵੇਲੇ ਦਾ ਸ਼ਾਸਨ ਕੁਸ਼ਾਸਨ ਰਿਹਾ ਆ ਤੇ ਕਿਸ ਵੇਲੇ ਦਾ ਸ਼ਾਸਨ ਜਿਹੜਾ ਹੈ ਲੋਕਾਂ ਦੇ ਹਿੱਤਾਂ ਲਈ ਕੰਮ ਕਰਦਾ ਆ। ਇਹ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ ਨੇ ਪਹਿਲੀ ਵਾਰੀ ਨਹੀਂ ਕੋਈ ਟੋਲ ਪਲਾਜ਼ਾ ਬੰਦ ਕਰਾਇਆ। ਜਿਹੜੇ ਅੱਜ 3 ਟੋਲ ਪਲਾਜ਼ਾ ਬੰਦ ਕਰਵਾਏ ਆ, ਇਹ ਪਹਿਲਿਆਂ ਦੀ ਲੜੀ ਦੇ ਵਿੱਚ ਹੈ ਔਰ ਉਹੋ ਹੀ ਰੀਜ਼ਨ ਹੈ। ਜਾਂ ਇਹ ਦੱਸ ਦੇਣ ਇਹਨਾਂ ਦੇ ਇੰਨੇ ਸਾਲਾਂ ਚ 10 ਸਾਲ ਇੱਕ ਸਰਕਾਰ ਰਹੀ ਆ, 5 ਸਾਲ ਪਹਿਲਾਂ ਕਾਂਗਰਸ ਦੀ ਰਹੀ ਆ, 5 ਸਾਲ ਬਾਅਦ ਕਾਂਗਰਸ ਦੀ ਰਹੀ ਆ, ਇਹਨਾਂ ਦੇ ਵੇਲੇ ਟੋਲ ਪਲਾਜ਼ੇ ਨਵੇਂ ਲੱਗੇ ਆ, ਕੋਈ ਪੁਰਾਣਾ ਚੱਲਦਾ ਬੰਦ ਨਹੀਂ ਹੋਇਆ। ਜਾਂ ਕਿਸਾਨ ਅੰਦੋਲਨ ਵੇਲੇ ਜਿਹੜੇ ਬੰਦ ਰਹੇ ਆ ਉਹ ਅੰਦੋਲਨ ਦਾ ਹਿੱਸਾ ਸੀਗੇ, ਉਹ ਦੈਟ ਇਜ਼ ਐਕਸੈਪਸ਼ਨਲ ਕੇਸ। ਪਰ ਜਿਹੜੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਬਕਾਇਦਾ ਮੀਡੀਆ 'ਚ ਬਿਆਨ ਦੇ ਰਹੇ ਆ, ਇਹ ਕੋਈ ਸਬੂਤ ਲੈ ਕੇ ਆਉਣ। ਜੇ ਹਰ ਇੱਕ ਗੱਲ ਜਿਹੜੀ ਕਰਨੀ ਹੁੰਦੀ ਆ ਉਹਦੇ ਨਾਲ ਕੋਈ ਲੌਜਿਕ ਹੋਣਾ ਚਾਹੀਦਾ ਨਾ। ਉਸ ਤਰ੍ਹਾਂ ਜੇ ਵਿਰੋਧ ਕਰਨ ਲਈ ਵਿਰੋਧ ਕਰਨਾ ਹੈ ਤਾਂ ਦੈਟ ਡਜ਼ ਨਾਟ ਮੈਟਰ ਐਟ ਆਲ। ਮੁੱਖ ਮੰਤਰੀ ਸਾਹਿਬ ਨੇ ਕੱਲੇ ਟੋਲ ਪਲਾਜ਼ੇ ਹੀ ਬੰਦ ਨਹੀਂ ਕੀਤੇ, ਹੋਰ ਵੀ ਜਿੰਨੇ ਵੀ ਅਸੀਂ ਚੋਣ ਵਾਅਦੇ ਕੀਤੇ ਸੀਗੇ ਨਾਲੋਂ ਨਾਲ ਇੱਕ ਪਾਸਿਓਂ ਲੈ ਕੇ ਇਹ ਵਾਅਦੇ ਪੂਰੇ ਕਰ ਰਹੇ ਨੇ। ਚਾਹੇ ਉਹ ਬਿਜਲੀ ਫ੍ਰੀ ਕਰਨ ਦੀ ਗੱਲ ਹੋਵੇ, ਚਾਹੇ ਉਹ ਜਿਹੜੇ ਮੁਹੱਲਾ ਕਲੀਨਿਕ ਆਮ ਆਦਮੀ ਕਲੀਨਿਕ ਖੋਲਣ ਦੀ ਗੱਲ ਹੋਵੇ, ਚਾਹੇ ਬੱਚਿਆਂ ਨੂੰ ਨੌਕਰੀਆਂ ਦੇਣ ਦੀ ਗੱਲ ਹੋਵੇ, ਨਾਲੋਂ ਨਾਲ ਨੌਕਰੀਆਂ ਦੇਈ ਜਾਂਦੇ ਨੇ। 26,000 ਹੋਰ ਥੋੜਾ ਜਿਹਾ ਬਹੁਤ ਕਲੀਅਰ ਸ਼ਬਦਾਂ 'ਚ ਸਵਾਲ ਪੁੱਛਣਾ ਹੈ, ਉਸ ਤੋਂ ਬਾਅਦ ਮੈਂ ਬਾਕੀ ਮਹਿਮਾਨਾਂ ਦਾ ਰੁਖ ਕਰਾਂਗਾ। ਜੇਕਰ ਸੀਐਮ ਪਹੁੰਚ ਕੇ ਟੋਲ ਪਲਾਜ਼ਾ ਬੰਦ ਨਾ ਕਰਵਾਉਂਦੇ ਤਾਂ ਕੀ 16 ਫਰਵਰੀ 17 ਫਰਵਰੀ 18 ਫਰਵਰੀ 19 ਫਰਵਰੀ ਇਹ ਜਿਹੜੇ ਆਉਣ ਵਾਲੇ ਦਿਨ ਨੇ ਉਹਨਾਂ ਦਿਨਾਂ 'ਚ ਇੱਥੇ ਟੋਲ ਵਸੂਲਿਆ ਜਾਂਦਾ? ਤੁਸੀਂ ਇਹ ਦਾਅਵਾ ਕਰ ਰਹੇ ਹੋ ਏਦਾਂ ਹੀ ਚੱਲਦਾ ਰਹਿਣਾ ਸੀ? ਦਾਅਵਾ ਨਹੀਂ, ਇਹ ਠੋਸ ਸਚਾਈ ਹੈ। ਮੈਂ ਉਦਾਹਰਨ ਦੇ ਦਿੰਦਾ ਤੁਹਾਨੂੰ। ਇਹਨਾਂ ਦੇ ਰਾਜ ਵੇਲੇ ਜਿਹੜਾ ਕੁਰਾਲੀ ਕੋਲ ਟੋਲ ਪਲਾਜ਼ਾ ਸੀਗਾ ਨਾ, ਜਿਹੜਾ ਉੱਥੇ ਲੰਗੜਾ ਜਿਹਾ ਪੁਲ ਬਣਾਇਆ ਵਨ ਸਾਈਡ, ਇਦਾਂ ਦਾ ਮੈਂ ਦੇਖਿਆ ਨਹੀਂ ਕਿਤੇ ਬ੍ਰਿਜ, ਸਵਾਏ ਇੱਕ ਰਾਜਪੁਰੇ 'ਚ ਵੀ ਇਦਾਂ ਦਾ ਬਣਿਆ ਸੀਗਾ ਜਾਲੀ ਜਿਹਾ ਬ੍ਰਿਜ, ਜਿਹਦੇ ਵਿੱਚ ਸਿੰਗਲ ਲੇਨ ਚੱਲਦੀ ਸੀਗੀ। ਤੇ ਇਹ ਉਹਦੇ ਵਿੱਚ ਕੋਈ ਕੋਰਟ 'ਚ ਗਿਆ ਸੀ ਲਿਟੀਗੇਸ਼ਨ 'ਚ, ਪਬਲਿਕ ਇੰਟਰਸਟ ਲਿਟੀਗੇਸ਼ਨ 'ਚ। ਉਸ ਲਿਟੀਗੇਸ਼ਨ 'ਚ ਕੁਰਾਲੀ ਵਾਲਾ ਟੋਲ ਪਲਾਜ਼ਾ ਬੰਦ ਹੋਇਆ ਸੀ, ਨਹੀਂ ਤਾਂ ਉਹ ਚੱਲੀ ਜਾ ਰਿਹਾ ਸੀ। ਜੇ ਕੋਈ ਨਾ ਜਾਂਦਾ ਤਾਂ ਹੁਣ ਉਹ ਵੀ ਬੰਦ ਹੋਣਾ ਸੀ ਜਦੋਂ ਸਰਕਾਰ ਦੇ ਧਿਆਨ ਵਿੱਚ ਆਉਣਾ ਸੀਗਾ। ਸੋ ਇਹ ਕੋਈ ਅਕਾਊਂਟਸ ਹੈਗੇ ਆ ਸਾਡੇ ਕੋਲ, ਅਕਾਊਂਟਸ ਹੈਗੇ ਆ ਸਾਡੇ ਕੋਲ ਗੌਰਵ ਜੀ। ਅਸੀਂ ਕੋਈ ਉਦਾਂ ਹੀ ਥੋੜੀ ਗੱਲ, ਇੱਕ ਵੀ ਗੱਲ ਦਿਖਾ ਦੇਣ ਕਿਸੇ 'ਚ ਕੋਈ ਕਾਨੂੰਨੀ ਅੜਚਣ ਆ ਗਈ ਹੋਵੇ। ਠੀਕ ਹੈ, ਚਲੋ ਆਪਾਂ ਹੁਣ ਸਾਰਿਆਂ ਨੂੰ ਐਡ ਕਰ ਲਈਏ। ਤੁਸੀਂ ਸਿੱਧਾ ਦਾਅਵਾ ਕਰ ਰਹੇ ਹੋ ਕਿ ਟੋਲ ਪਲਾਜ਼ੇ ਬੰਦ ਨਹੀਂ ਹੋਣੇ ਸੀ, ਇਹ ਚੱਲਦੇ ਰਹਿੰਦੇ ਇਸ ਤਰੀਕੇ ਨਾਲ ਜੇਕਰ ਤੁਹਾਡੀ ਸਰਕਾਰ ਨਾ ਹੁੰਦੀ ਜਾਂ ਤੁਸੀਂ ਜਾ ਕੇ ਬੰਦ ਨਾ ਕਰਵਾਉਂਦੇ। ਇਨਫੈਕਟ ਸੀਐਮ ਨੇ ਆਪਣੀ ਸਟੇਟਮੈਂਟ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਕਿ ਇਹ ਤਾਂ 2013 2018 ਦੇ ਵਿੱਚ ਵੀ ਬੰਦ ਹੋ ਸਕਦੇ ਸੀ। ਇਹ ਸਮਝੌਤੇ ਤੋੜ ਰਹੇ ਸੀ, ਜੋ ਐਗਰੀਮੈਂਟ ਹੋਇਆ ਉਸ ਨੂੰ ਬ੍ਰੀਚ ਕੀਤਾ ਜਾ ਰਿਹਾ ਸੀ, ਧਿਆਨ ਨਹੀਂ ਦਿੱਤਾ ਕਿਸੇ ਨੇ। ਉੱਥੇ ਵੀ ਕਰੋੜਾਂ ਰੁਪਏ ਦਾ ਜੁਰਮਾਨਾ ਹੋਇਆ ਸੀ, ਉਹ ਵੀ ਮਾਫ ਕਰ ਦਿੱਤਾ ਗਿਆ। ਮੈਂ ਅਕਾਲੀ ਦਲ ਦਾ ਰੁਖ ਕਰਾਂਗਾ ਪਹਿਲਾਂ, ਉਸ ਤੋਂ ਕਾਂਗਰਸ ਦਾ ਰੁਖ ਕਰਦੇ ਹਾਂ, ਕਿਉਂਕਿ 5 ਸਾਲ ਸੱਤਾ ਦੇ ਵਿੱਚ ਕਾਂਗਰਸ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ। ਕਾਲੋ ਜੀ, ਤੁਹਾਡੇ ਤੋਂ ਬੰਦ ਨਹੀਂ ਹੋਏ ਟੋਲ ਪਲਾਜ਼ੇ, ਕਹਿੰਦੇ ਲੋਕਾਂ ਦੀ ਲੁੱਟ ਹੁੰਦੀ ਰਹੀ, ਤੁਹਾਡੀ ਸਰਕਾਰ ਸੀ, ਤੁਸੀਂ ਉਸ ਵਾਲੇ ਪਾਸੇ ਧਿਆਨ ਨਹੀਂ ਦਿੱਤਾ, ਆਮ ਆਦਮੀ ਪਾਰਟੀ ਨੇ ਬੰਦ ਕਰਵਾਏ ਨੇ ਇਹ। ਦੇਖੋ ਗੌਰਵ, ਬੜੀ ਹਾਸੋਹੀਣੀ ਜੀ ਗੱਲ ਹੈ। ਜਿੱਦਾਂ ਸੰਘੇੜਾ ਸਾਹਿਬ ਨੇ ਬੜੇ ਸਿਆਣੇ ਨੇ, ਬੜੇ ਸੂਝਵਾਨ ਨੇ, ਪਰ ਮਜਬੂਰੀ ਹੈ ਇਹਨਾਂ ਦੀ ਕਿ ਸਰਕਾਰ ਦੀ ਨੁਮਾਇੰਦੇ ਨੇ ਔਰ ਇਹਨਾਂ ਨੂੰ ਝੂਠ ਬੋਲਣਾ ਹੀ ਪੈਣਾ ਔਰ ਰੱਜ ਕੇ ਬੋਲਣਾ ਪੈ ਰਿਹਾ ਝੂਠ ਇਹਨਾਂ ਨੂੰ। ਇਹਨਾਂ ਦੀ ਵਿਚਾਰਿਆਂ ਦੀ ਤਰਾਸਦੀ ਹੈ। ਦੇਖੋ, ਮੈਂ ਨਾ ਥੋੜਾ ਟੈਕਨੀਕਲ ਗਰਾਊਂਡ ਦੇ ਉੱਤੇ ਸਮਝਾ ਦਿੰਨਾ
ਕਿ ਇਹ 2006 ਦੇ ਵਿੱਚ, ਉਦੋਂ 2002 ਤੋਂ 2007 ਦੀ ਜਦੋਂ ਕਾਂਗਰਸ ਦੀ ਸਰਕਾਰ ਸੀ, ਤੇ 2006 ਦੇ ਵਿੱਚ ਟੋਟਲ 11 ਕੋਰੀਡੋਰ ਐਸੇ ਸੀਗੇ, ਪੰਜਾਬ ਦੀਆਂ ਐਸੀਆਂ ਸੜਕਾਂ ਸੀ ਜਿਹਨੂੰ ਸਟੇਟ ਹਾਈਵੇਜ਼ ਕਹਿੰਦੇ ਆ, ਉਹਨਾਂ ਹਾਈਵੇਜ਼ ਦਾ ਬਹੁਤ ਹੀ ਬੁਰਾ ਹਾਲ ਸੀ, ਖਸਤਾ ਹਾਲਤ ਸੀ। ਔਰ ਉਸ ਸਮੇਂ ਸਰਕਾਰ ਦੇ ਕੋਲ ਜਿਹੜਾ ਉਹ ਫੰਡ ਵੀ ਨਹੀਂ ਸੀ, ਤੇ ਇੱਕ ਪ੍ਰਪੋਜ਼ਲ ਆਇਆ ਕਿ ਇਹਦੇ ਵਿੱਚ ਜਿਹੜਾ ਜਿਵੇਂ ਨੈਸ਼ਨਲ ਹਾਈਵੇਜ਼ ਦੇ ਉੱਤੇ ਟੋਲ ਲੱਗਦੇ ਨੇ, ਇਦਾਂ ਹੀ ਅਸੀਂ ਸਟੇਟ ਹਾਈਵੇਜ਼ ਨੂੰ ਵੀ ਜਿਹੜਾ ਟੋਲ ਲਾ ਦਿੰਨੇ ਆ। ਤੇ ਇਹਦੇ ਵਿੱਚ 3 ਪਾਰਟੀਆਂ ਦਾ ਜਿਹੜਾ ਉਹ ਇਕੱਠੇ ਹੋ ਕੇ ਤੇ ਇਹਦਾ ਪੂਰਾ ਦਾ ਪੂਰਾ ਇੱਕ ਪ੍ਰੋਜੈਕਟ ਬਣਿਆ। ਪਹਿਲੀ ਪਾਰਟੀ ਸੀ ਕੰਪਨੀਆਂ ਨਹੀਂ, ਮੈਂ ਪਾਰਟੀਆਂ ਕਿਉਂ ਕਹਿ ਰਿਹਾ, ਮੈਂ ਬਰੀਫ ਕਰਦਾ ਕਿਵੇਂ। ਪਹਿਲੀ ਸੀਗੀ ਸਰਕਾਰ ਦੀ ਸੰਸਥਾ ਜਿਹਨੂੰ ਕਹਿੰਦੇ ਆ PIDB, ਪੰਜਾਬ ਇਨਫਰਾਸਟ੍ਰਕਚਰ ਡਿਵੈਲਪਮੈਂਟ ਬੋਰਡ, ਠੀਕ ਹੈ। ਦੂਸਰਾ ਸੀਗਾ ਪਬਲਿਕ ਵਰਕਸ ਡਿਪਾਰਟਮੈਂਟ, ਤੇ ਤੀਜਾ ਆਇਆ ਇਹਦੇ ਵਿੱਚ ਜਿਹੜਾ ਕੰਟਰੈਕਟਰ XYZ, ਕੋਈ ਵੀ ਕੰਟਰੈਕਟਰ, ਠੀਕ ਹੈ। ਸੋ ਉਹਦੇ ਵਿੱਚ 20% ਜਿਹੜਾ ਉਹ ਕੰਟਰੀਬਿਊਸ਼ਨ ਸਰਕਾਰ ਦੀ ਸੀ, ਤੇ 80% ਜਿਹੜੀ ਆ ਉਹ ਠੇਕੇਦਾਰ ਨੇ ਉਹਦੇ ਵਿੱਚ ਇਨਵੈਸਟ ਕਰਕੇ, ਤੇ ਉਹਦੇ ਤੋਂ ਬਾਅਦ ਉਹਨੇ ਉਹਨੂੰ ਰੋਡ ਨੂੰ ਬਣਾਇਆ। ਇਹ ਟੋਟਲ 17 ਸਾਲਾਂ ਦਾ ਕੰਟਰੈਕਟ ਸੀ। ਇਹ ਜਿਹੜੇ ਟੋਲ ਪਲਾਜ਼ੇ ਬੰਦ ਹੋਏ ਆ ਉਹਨਾਂ ਦਾ ਆਲਰੇਡੀ ਮਿਆਦ ਮੁੱਕ ਗਈ ਸੀ, ਇਹਨਾਂ ਦੀ 17 ਸਾਲ ਦਾ ਕੰਟਰੈਕਟ ਸੀ। ਔਰ ਜੇਕਰ ਸਰਕਾਰ 17 ਸਾਲ ਤੋਂ ਪਹਿਲਾਂ ਉਸ ਕੰਟਰੈਕਟ ਨੂੰ ਖਤਮ ਕਰਦੀ ਸੀ, ਤੇ ਮੰਨ ਲਓ ਜੇ ਅਸੀਂ ਉੱਤੇ 100 ਰੁਪਇਆ ਲਾਇਆ ਸੀ, ਤੇ ਸਾਨੂੰ ਉਹਦਾ ਜੁਰਮਾਨੇ ਦੇ ਐਵਜ ਦੇ ਵਿੱਚ 150 ਰੁਪਇਆ ਜਿਹੜਾ ਦੇਣਾ ਪੈਣਾ ਸੀ। ਮੈਂ ਆਮ ਸਾਡੇ ਜਿਹੜੇ ਪੰਜਾਬੀ ਆ ਉਹਨਾਂ ਦੇ ਲਈ ਇਹ ਦੱਸ ਦਿਆਂ ਨਾ। ਹੁਣ ਆ ਜਾਈਏ ਦੂਸਰੀ ਗੱਲ ਤੇ। ਦੇਖੋ, ਇਹ ਸਰਕਾਰ ਹੈ ਸਟੰਟਬਾਜ਼ਾਂ ਦੀ ਸਰਕਾਰ। ਇਹ ਸਰਕਾਰ ਹੈ ਸਿਰਫ ਔਰ ਸਿਰਫ ਕਿਉਂਕਿ ਪਹਿਲਾਂ ਰਾਜਨੀਤੀ ਦੇ ਕੀਤੀ ਨਹੀਂ, ਹੋਰ ਹੀ ਕਈ ਕੰਮ ਕਰਦੇ ਰਹੇ ਆ ਅਸੀਂ, ਹੱਸਣ ਖੇਡਣ ਵਾਲੇ, ਨੱਚਣ ਗਾਉਣ ਵਾਲੇ, ਤੇ ਇਹਨਾਂ ਨੂੰ ਆਦਤ ਹੈ PR ਸਟੰਟ ਕਰਨ ਦੀ। ਸੰਘੇੜਾ ਸਾਹਿਬ, ਤੁਹਾਨੂੰ ਚੈਲੰਜ ਕਰਦਾ ਮੈਂ ਡਿਬੇਟ ਦੇ ਸਟਾਰਟ 'ਚ ਹੀ ਕਿ ਜਿਹੜੇ ਬਾਕੀ ਦੇ ਵੀ ਰਹਿੰਦੇ ਆ ਉਹਨਾਂ ਦੀ ਮਿਆਦ ਤੁਸੀਂ ਕੱਲ ਤੱਕ ਕਿਉਂ ਜਾਂਦੇ ਹੋ? ਅੱਜ ਹੀ ਖਤਮ ਕਰਕੇ ਵਿਖਾਓ। ਇਹਨਾਂ ਦੀ ਆਲਰੇਡੀ ਮਿਆਦ ਮੁੱਕ ਗਈ ਸੀ, ਡਰਾਮੇ ਕਰਨ ਨੂੰ ਪਹੁੰਚ ਜਾਂਦੇ ਆ। ਐਕਸ ਚੱਕਰ ਦਾ ਪੈਸਾ, ਸਟੇਟ ਦਾ ਪੈਸਾ ਉੱਥੇ ਲਾ ਕੇ ਪ੍ਰੋਗਰਾਮਾਂ ਦੇ ਉੱਤੇ ਜਿਹੜਾ ਉਹ ਖਰਾਬ ਕਰ ਰਹੇ ਨੇ। ਜੇ ਹਿੰਮਤ ਹੈ ਮੁੱਖ ਮੰਤਰੀ ਪੰਜਾਬ ਦੇ ਵਿੱਚ, ਤੇ ਜਿਹੜੇ ਹੋਰ ਟੋਲ ਪਲਾਜ਼ੇ ਨੇ ਪੰਜਾਬ ਦੇ ਵਿੱਚ ਜਿਹੜੇ ਸਟੇਟ ਹਾਈਵੇਜ਼ ਤੇ ਲੱਗੇ, ਜਿਨ੍ਹਾਂ ਦੀ ਮਿਆਦ ਅਜੇ ਹੈ, ਉਹਨਾਂ ਨੂੰ ਅੱਜ ਕੰਟਰੈਕਟ ਖਤਮ ਕਰਕੇ ਵਿਖਾਉਣ। ਮੈਂ ਤਾਂ ਮੰਨਾਂ ਕਿ ਸਰਕਾਰ ਲੋਕ ਅਤੈਸ਼ੀ ਹੈ। ਠੀਕ ਹੈ, ਚਲੋ ਮੈਂ ਅਗਲੇ ਪੁਆਇੰਟ ਤੇ ਆਉਂਗਾ। ਸੰਘੇੜਾ ਸਾਹਿਬ ਇਕੱਠੇ ਜਵਾਬ ਦਿਓ, ਇੱਕ ਵਾਰ ਸਾਰਿਆਂ ਨੂੰ ਮੈਂ ਐਡ ਕਰ ਲਵਾਂ। ਜੋ ਦਾਵਾ ਕਰ ਰਹੇ ਨੇ ਕਾਲੋ ਜੀ ਕਿ 2006 ਦੇ ਵਿੱਚ ਇਹਨਾਂ ਨੂੰ ਪ੍ਰੋਜੈਕਟ ਦਿੱਤਾ ਗਿਆ, 17 ਸਾਲ ਉਸ ਦੀ ਮਿਆਦ ਸੀ, 2023 ਡਾਇਰੈਕਟਲੀ ਬਣਦਾ 17 ਸਾਲ, ਤਾਂ 2023 ਦੇ ਵਿੱਚ ਕੰਪਲੀਟ ਹੋਣਾ ਸੀ, ਹੋ ਗਿਆ। ਤੁਹਾਨੂੰ ਇਹ ਵੀ ਦੱਸ ਦਵਾਂ ਕਿ BOT ਬੇਸਿਸ ਦੇ ਉੱਤੇ ਜਿਹੜੇ ਟੋਲ ਪਲਾਜ਼ੇ ਨੇ ਉਹ ਹੁੰਦੇ ਨੇ, ਆ ਸੜਕ ਦਾ ਨਿਰਮਾਣ ਕੀਤਾ ਜਾਂਦਾ। BOT ਦਾ ਮਤਲਬ ਕੀ ਹੈ? ਬਿਲਡ, ਆਪਰੇਟ ਤੇ ਟਰਾਂਸਫਰ। ਪਹਿਲਾਂ ਬਣਾਇਆ ਜਾਂਦਾ, ਫਿਰ ਉਸ ਨੂੰ ਆਪਰੇਟ ਕੀਤਾ ਜਾਂਦਾ, ਜਿਹੜੀ ਕੰਪਨੀ ਨੂੰ ਠੇਕਾ ਦਿੱਤਾ ਜਾਂਦਾ, ਫਿਰ ਅੱਗੇ ਟਰਾਂਸਫਰ ਕਰ ਦਿੱਤੀ ਜਾਂਦੀ, ਯਾਨੀ ਕਿ ਸਰਕਾਰ ਦੇ ਕੋਲ ਆ ਜਾਂਦਾ। ਜਿਹੜੇ ਟੋਲ ਪਲਾਜ਼ੇ ਹੁਣ ਬੰਦ ਹੋ ਗਏ, ਉਸ ਰੋਡ ਦੀ ਜ਼ਿੰਮੇਵਾਰੀ ਹੁਣ ਸਰਕਾਰ ਦੀ ਹੋ ਗਈ, ਸਰਕਾਰ ਦੇ ਵਿਭਾਗ ਦੀ ਹੋ ਗਈ। ਉਸ ਦੀ ਦੇਖ-ਰੇਖ ਬਣਾਉਣਾ, ਉਸ ਦੀ ਸਾਰੀ ਜਿਸ ਤਰੀਕੇ ਦੀ ਵੀ ਅੱਗੇ ਟੋਲ ਪਲਾਜ਼ੇ ਵਾਲੇ ਕਰ ਰਹੇ ਸੀ, ਉਸ ਦੀ ਦੇਖ-ਰੇਖ ਉਹ ਸਰਕਾਰ ਨੂੰ ਕਰਨੀ ਹੋਏਗੀ। ਮੈਂ ਅੱਗੇ ਵਧਦਾ, ਕਿਉਂਕਿ CM ਨੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਕਹੀਆਂ, ਉਹਨਾਂ ਦੇ ਵਿੱਚ ਇੱਕ ਗੱਲ ਇਹ ਵੀ ਸੀ ਕਿ ਇਹ ਪ੍ਰੋਜੈਕਟ 786 ਦਿਨ ਲੇਟ ਹੋਇਆ, ਕਿ ਉਸ ਦੀ ਵਜ੍ਹਾ ਦੇ ਨਾਲ ਕੋਈ ਜੁਰਮਾਨਾ ਲੱਗਦਾ ਸੀ, ਕਿ ਉਸ ਦੀ ਵਜ੍ਹਾ ਦੇ ਨਾਲ ਮਿਆਦ ਪਹਿਲਾਂ ਖਤਮ ਹੁੰਦੀ ਸੀ। ਇਹ ਵੀ ਪੁਆਇੰਟ ਹੈ। ਨੈਕਸਟ ਪੁਆਇੰਟ ਇਹ ਹੈ, ਮੈਂ ਅਕਾਲੀ ਦਲ ਦਾ ਰੁਖ ਕਰਾਂਗਾ ਹੁਣ। ਪੀਰ ਮੁਹੰਮਦ ਜੀ ਸਾਡੇ ਨਾਲ ਨੇ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਨੇ ਜਿਹੜਾ ਜੁਰਮਾਨਾ ਸੀ ਉਹ ਮਾਫ ਕਰ ਦਿੱਤਾ। ਅਕਾਲੀ ਦਲ ਨੇ 61 ਕਰੋੜ ਰੁਪਏ ਦਾ ਜੁਰਮਾਨਾ ਮਾਫ ਕਰ ਦਿੱਤਾ ਜੋ ਇਸ ਕੰਪਨੀ ਦੇ ਉੱਤੇ ਲੱਗਿਆ ਸੀ। ਪੀਰ ਮੁਹੰਮਦ ਜੀ, ਇੱਕ ਤਾਂ ਟੋਲ ਨਹੀਂ ਤੁਸੀਂ ਹਟਵਾਇਆ, ਅਕੋਰਡਿੰਗ ਟੂ ਮੁੱਖ ਮੰਤਰੀ, ਕੀਤਾ 2013 ਦੇ ਵਿੱਚ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਹੀ ਖਤਮ ਹੋ ਸਕਦੇ ਸੀ, ਉਹ ਨਹੀਂ ਕਰਵਾਇਆ ਤੁਸੀਂ। ਉਸ ਤੋਂ ਬਾਅਦ ਤੁਸੀਂ ਟੋਲ ਦੀ ਕੰਪਨੀ ਦੇ ਉੱਤੇ 60-61 ਕਰੋੜ ਦਾ ਜਿਹੜਾ ਜੁਰਮਾਨਾ ਖਜ਼ਾਨੇ 'ਚ ਆਉਣਾ ਸੀ ਉਹ ਵੀ ਮਾਫ ਕਰ ਦਿੱਤਾ। ਦੇਖੋ, ਸਭ ਤੋਂ ਮੇਨ ਗੱਲ ਤਾਂ ਇਹ ਆ ਕਿ ਆਮ ਆਦਮੀ ਪਾਰਟੀ ਨੂੰ ਪਹਿਲੀ ਇਹ ਗੱਲ ਆਪਣਾ ਨਾਂ ਹੀ ਬਦਲ ਲੈਣਾ ਚਾਹੀਦਾ। ਪ੍ਰਾਪੋਗੰਡਾ ਪਾਰਟੀ ਇਹ ਆਪਣਾ ਨਾਮ ਰੱਖ ਲੈਣ ਕਿ ਹਰ ਗੱਲ ਦੇ ਵਿੱਚ ਮਾਈਲੇਜ ਲੈਣੀ ਚਾਹੁੰਦੇ ਆ, ਲੇਕਿਨ ਜਿਹੜਾ ਚਿੱਟੇ ਦਿਨ ਝੂਠ ਮਾਰਨਾ ਕਿ ਦੇਖੋ ਜੀ ਅਕਾਲੀ ਦਲ ਨੇ ਮਾਫ ਕਰ ਦਿੱਤਾ ਜਾਂ ਇਹਨਾਂ ਨੇ ਕੁਝ ਨਹੀਂ ਕੀਤਾ। ਮੈਂ ਇੱਕ ਸਵਾਲ ਸੰਘੇੜਾ ਸਾਹਿਬ ਨੂੰ ਪੁੱਛਣਾ ਚਾਹਣਾ, ਇਹ ਦੱਸਣ ਕਿ 1 ਸਾਲ ਦੇ ਵਿੱਚ ਇਹਨਾਂ ਨੇ ਕੋਈ ਲਿੰਕ ਸੜਕ ਜਾਂ ਕੋਈ ਹਾਈਵੇ ਸੜਕ ਦੇ ਵਿੱਚ ਕੋਈ ਪ੍ਰੋਜੈਕਟ ਲਿਆਂਦਾ ਹੋਵੇ, ਕੋਈ ਪੁਲ ਬਣਾਇਆ ਹੋਵੇ, ਜਾਂ ਕੋਈ ਇਹੋ ਜੀ ਕੋਈ ਇੱਕ ਸੜਕ ਦਾ ਨਾਮ ਦੱਸ ਦੇਣ ਕਿ ਜਿਹੜੀ ਇਹਨਾਂ ਨੇ ਕੋਈ ਆਪਣੇ ਇਸ 1 ਸਾਲ ਦੇ ਦਰਮਿਆਨ ਬਣਾਈ ਹੋਵੇ, ਜਾਂ ਉਸ ਦੇ ਲਈ ਕੋਈ ਇਹਨਾਂ ਦੀ ਕੋਈ ਨੀਤੀ ਹੋਵੇ। ਆ ਪਿਛਲੇ ਦਿਨੀ ਇਹਨਾਂ ਨੇ ਇੰਨਾ ਵੱਡਾ ਰੌਲਾ ਪਾ ਦਿੱਤਾ ਕਿ ਵੇਖੋ ਜੀ ਸੈਟੇਲਾਈਟ ਰਾਹੀਂ ਅਸੀਂ ਸੜਕਾਂ ਦਾ ਮਾਪ ਕੀਤਾ, ਤੇ ਉਹਦੇ ਵਿੱਚ ਬਹੁਤ ਵੱਡਾ ਘਪਲਾ ਆਇਆ। ਜਦੋਂ ਸੰਬੰਧਿਤ ਮੰਡੀ ਬੋਰਡ ਦੇ ਅਫਸਰਾਂ ਨੇ ਇਹਨਾਂ ਨੂੰ ਦੱਸਿਆ, ਇਹਨਾਂ ਦੇ ਮੰਤਰੀ ਸਾਹਿਬ ਨੂੰ,
ਕਿ ਮੰਤਰੀ ਸਾਹਿਬ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ, ਜੇ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਤੇ ਇਹ ਘਪਲਾ ਜਿਹੜਾ ਹੈ ਇਹ ਤਾਂ ਫਿਰ 1 ਸਾਲ ਤੁਹਾਡਾ ਵੀ ਹੋ ਗਿਆ, ਤੁਸੀਂ ਵੀ ਕੋਈ ਉਹਦੇ ਚ ਕੀਤਾ ਹੋਵੇਗਾ, ਤੁਸੀਂ ਦੇਖਿਆ ਹੋਵੇਗਾ। ਉਸ ਤੋਂ ਬਾਅਦ ਉਸ ਮਸਲੇ ਦੇ ਉੱਤੇ ਬਿਲਕੁਲ ਚੁੱਪ ਕਰ ਗਏ। ਹੁਣ ਵੀ ਜਿਹੜਾ ਹੈ ਟੋਲ ਪਲਾਜ਼ਿਆਂ ਦਾ ਜਿਹੜਾ ਮਸਲਾ ਹੈ, ਇਹ ਦੇਖੋ ਇੱਕ ਨੀਤੀ ਬਣੀ ਹੈ ਇੰਡੀਅਨ ਲੈਵਲ ਦੇ ਉੱਪਰ, ਵਿਦੇਸ਼ਾਂ ਦੇ ਵਿੱਚ ਵੀ ਹਰ ਜਗ੍ਹਾ ਦੇ ਉੱਤੇ ਇੱਕ ਨੀਤੀ ਹੈ ਕਿ ਜਿਹੜੀਆਂ ਜਿਵੇਂ ਤੁਸੀਂ ਦੱਸਿਆ ਕਿ BOT ਜਾਂ ਜਿਹੜੀਆਂ ਅਲੱਗ-ਅਲੱਗ ਪਾਲਿਸੀਆਂ ਨੇ ਜਿਨ੍ਹਾਂ ਦੇ ਤਹਿਤ ਇਹ ਸਾਰਾ ਕੁਝ ਬਣਾਇਆ ਜਾਂਦਾ ਹੈ। ਲੇਕਿਨ ਇੱਥੇ ਮਸਲਾ ਕੀ ਹੈ ਕਿ ਜੇ ਤੁਸੀਂ ਇਹ ਬੰਦ ਕੀਤੇ ਆ ਤੇ ਉਹਦਾ ਪ੍ਰਚਾਰ ਤਾਂ ਸਹੀ ਕਰੋ, ਸਹੀ ਤਰੀਕੇ ਨਾਲ ਦੱਸੋ ਕਿ ਅਸੀਂ ਦੇਖੋ ਕਿ ਇਹਨਾਂ ਦੀ ਮਿਆਦ ਪੂਰੀ ਹੋ ਗਈ ਸੀ ਤੇ ਅਸੀਂ ਇਹਨਾਂ ਨੂੰ ਉਸ ਤੋਂ ਬਾਅਦ ਬੰਦ ਕਰ ਦਿੱਤਾ। ਤੇ ਜਿਹੜੀ ਗੱਲ ਇਹ ਆ ਕਿ ਜੇ ਟੋਲ ਪਲਾਜ਼ਿਆਂ ਤੋਂ ਵਾਕਿਆ ਹੀ ਲੋਕ ਦੁਖੀ ਨੇ ਤਾਂ ਫਿਰ ਇਹ ਸਾਰੇ ਟੋਲ ਪਲਾਜ਼ੇ ਜਿਹੜੇ ਆ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਤੇ ਅਸੀਂ ਵੀ ਇਹਨਾਂ ਦਾ ਨਾਲ ਸਹਿਯੋਗ ਸਾਥ ਦੇਵਾਂਗੇ। ਪਰ ਜਿਹੜੀਆਂ ਟਰਮਜ਼ ਆਫ ਕੰਡੀਸ਼ਨ ਹੁੰਦੀਆਂ ਨੇ ਉਸ ਮੌਕੇ ਦੀ ਸਰਕਾਰ ਜਿਹੜੀ ਵੀ ਹੁੰਦੀ ਏ ਉਹਨੂੰ ਬਣਾ ਕੇ ਹੀ ਸਾਰਾ ਕੁਝ ਚੱਲਿਆ ਜਾਂਦਾ ਹੈ, ਉਹਦੇ ਤੋਂ ਕਿਸੇ ਕਾਨੂੰਨ ਤੋਂ ਬਾਹਰ ਕੋਈ ਵੀ ਨਹੀਂ ਜਾ ਸਕਦਾ। ਠੀਕ ਹੈ, ਮੈਂ ਜੈਵੰਸ਼ ਜੀ ਦਾ ਇੱਕ ਵਾਰ ਰੁਕ ਕਰਦਾ। ਆਵਾਜ਼ ਆ ਰਹੀ ਜੀ? ਇਕੱਠੇ ਜਵਾਬ ਦਿਓ। ਜੀ ਤੁਹਾਡੀ ਆਵਾਜ਼ ਆ ਰਹੀ ਹੈ, ਤੁਹਾਡਾ ਪੁਆਇੰਟ ਆ ਗਿਆ ਸਰ। ਤੁਸੀਂ ਜਿਹੜੇ 2-3 ਪੁਆਇੰਟ ਰੱਖੇ ਨੇ ਆਪਾਂ ਕੋਸ਼ਿਸ਼ ਕਰਾਂਗੇ ਕਿ ਸੰਘੇੜਾ ਸਾਹਿਬ ਤੋਂ ਉਸਦਾ ਆਮ ਆਦਮੀ ਪਾਰਟੀ ਤੋਂ ਜਵਾਬ ਲੈ ਸਕੀਏ, ਪਰ ਪਹਿਲਾਂ ਮੈਂ ਰੁਕ ਕਰ ਲੈਣਾ ਇੱਕ ਵਾਰੀ। ਜੈਵੰਸ਼ ਜੀ ਸਾਡੇ ਨਾਲ BJP ਤੋਂ ਜੁੜੇ ਹੋਏ ਨੇ। ਜੈਵੰਸ਼ ਜੀ, BJP ਇਸ ਦੇ ਉੱਤੇ ਕਿਵੇਂ ਦੇਖਦੀ ਹੈ? ਦੇਖੋ, ਲੋਕ ਇਹ ਵੀ ਸਮਝਣਾ ਚਾਹੁੰਦੇ ਨੇ ਕਿ ਇਹ ਵੀ ਬੜਾ ਇੰਟਰਸਟਿੰਗ ਹੈ ਕਿ ਜਾਂ ਤਾਂ ਆਮ ਆਦਮੀ ਪਾਰਟੀ ਲੱਕੀ ਬਹੁਤ ਹੈ ਕਿ ਉਹਨਾਂ ਦੇ ਕਾਰਜਕਾਲ ਦੇ ਵਿੱਚ ਹੀ ਸਾਰੇ ਟੋਲ ਪਲਾਜ਼ਿਆਂ ਦੀ ਮਿਆਦ ਮੁੱਕ ਰਹੀ ਹੈ, ਜਾਂ ਫਿਰ ਕੁਝ ਗੱਲ ਵੱਖਰੀ ਹੈ ਕਿ ਪਹਿਲਾਂ ਵੀ CM ਚਲੇ ਗਏ 1-2 ਟੋਲ ਪਲਾਜ਼ਿਆਂ ਦੇ ਉੱਤੇ ਬੰਦ ਕਰਵਾਉਣ ਦੇ ਲਈ, 3 ਹੋਰ ਬੰਦ ਕਰਵਾ ਦਿੱਤੇ, ਕਿ ਜਾਂ ਤਾਂ ਇਤਫਾਕ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਹੀ ਸਾਰੇ ਟੋਲ ਪਲਾਜ਼ਿਆਂ ਦੀ ਜਿਹੜੀ ਮਿਆਦ ਮੁੱਕ ਰਹੀ ਹੈ, ਜਾਂ ਫਿਰ ਪਿੱਛੇ ਇਸ ਦੇ ਕੋਈ ਗੱਲ ਹੋਰ ਹੈ? थैंक यू गौरव जी। देखो, मेरे पहले 2 प्रवक्ता ने, मेरे दोस्त कालो साहब, पीर मोहम्मद साहब ने काफ़ी एक डिटेल ਦੇ ਵਿੱਚ ਕੁਝ ਦੱਸਿਆ ਤੁਹਾਨੂੰ। ਪਹਿਲੀ ਗੱਲ ਤੇ ਮੈਂ ਤੁਹਾਨੂੰ ਦੱਸਦਾ ਕਿ ਪ੍ਰੋਬਬਲੀ ਇਹ ਜਿਹੜਾ ਟੋਲ ਪਲਾਜ਼ਿਆਂ ਦਾ ਸਿਸਟਮ ਹੈ ਇੰਨੇ ਖਤਮ ਹੋ ਜਾਣਾ ਇੰਡੀਆ ਦੇ ਵਿੱਚ। ਹੁਣ ਸੈਟੇਲਾਈਟ ਬੇਸਡ ਪੇਮੈਂਟਸ ਦੀ ਗੱਲ ਆ ਰਹੀ ਹੈ ਤੇ ਉਹ ਆ ਜਾਏਗੀ। ਐਨੀਵੇ ਉਹ ਤੇ ਅੱਗੇ ਦੀ ਗੱਲ ਹੈਗੀ ਹੈ ਜੀ। ਹੁਣ ਦੀ ਜਿਹੜੀ ਗੱਲ ਹੈਗੀ ਹੈ, ਦੇਖੋ ਏਡੀ ਵੱਡੀ ਕੰਪਨੀ ਦੇ ਜਦੋਂ ਏਡੀ ਵੱਡੀ ਕੰਪਨੀ ਨੂੰ ਆਰਬਿਟਰਰੀ ਨਹੀਂ ਕੱਢਿਆ ਜਾ ਸਕਦਾ। ਇਹਦੇ ਬਾਰੇ ਤਾਂ ਸਾਰੇ ਹੀ ਜਾਣਦੇ ਨੇ ਕਿ ਆਰਬਿਟਰਰੀ ਕੰਪਨੀ ਨੂੰ ਨਹੀਂ ਕੱਢਿਆ ਜਾ ਸਕਦਾ। ਉਹਨਾਂ ਦਾ ਟਰਮਸ ਜਿਹੜੇ ਨੇ ਉਹ ਖਤਮ ਹੋਏ ਨੇ, ਫੇਰ ਹੀ ਉਹ ਗਏ ਨੇ। ਹਾਂ, ਏਡਾ ਮੈਂ ਕਹਿ ਦਾਂਗਾ ਕਿ ਆਮ ਆਦਮੀ ਪਾਰਟੀ ਨੇ ਜਦੋਂ ਉਹਨਾਂ ਦੇ ਟਰਮਸ ਖਤਮ ਹੋਏ ਨੇ ਉਦੋਂ ਉਹਨਾਂ ਨੂੰ ਕੱਢਿਆ। ਇਹਦੇ ਵਾਸਤੇ ਸ਼ਾਇਦ ਆਮ ਆਦਮੀ ਪਾਰਟੀ ਨੂੰ ਕੁਝ ਥੋੜਾ ਕ੍ਰੈਡਿਟ ਦੇਣਾ ਜ਼ਰੂਰੀ ਬਣਦਾ ਹੈ। ਪਰ ਉਹਦੇ ਵਿੱਚ ਜਾ ਕੇ ਤੇ ਇਹ ਥੋੜਾ ਨਾ ਕਹਿ ਦੇਣਾ ਕਿ ਸੁਪਰਮੈਨ ਬਣ ਕੇ ਤੇ ਉੱਥੇ ਮਾਨ ਸਾਹਿਬ ਖੜੇ ਹੋ ਗਏ ਤੇ ਇਸ ਵਾਸਤੇ ਉਹ ਬੰਦ ਹੋ ਗਿਆ। ਇਟ ਹੈਜ਼ ਬੀਨ ਡਨ ਅਕੋਰਡਿੰਗ ਟੂ ਅ ਪ੍ਰੋਸੀਜਰ। ਹੁਣ ਮੈਨੂੰ ਜਿਹੜਾ ਸਭ ਤੋਂ ਵੱਡਾ ਪ੍ਰੋਬਲਮ ਇਸ ਵੇਲੇ ਨਜ਼ਰ ਆ ਰਿਹਾ ਉਹ ਹੈ ਜਿਹੜਾ ਪੀਰ ਮੁਹੰਮਦ ਸਾਹਿਬ ਨੇ ਗੱਲ ਕੀਤੀ, ਮੈਂ ਵੀ ਉਹੀ ਗੱਲ ਕਰਨੀ ਸੀਗੀ। ਤੁਸੀਂ ਜਗ੍ਹਾ ਵੱਡੀਆਂ ਕੰਪਨੀਆਂ ਦੇ ਨਾਲ ਪੰਗੇ ਲਓਗੇ ਤੇ ਇੱਥੇ ਤੁਹਾਡੀਆਂ ਸੜਕਾਂ ਠੀਕ ਕਰਨ ਵਾਸਤੇ ਕੌਣ ਆਏਗਾ? ਹੂ ਵਿਲ ਕਮ ਹੇਅਰ? ਤੇ ਜਦੋਂ ਇਹ ਸੜਕਾਂ ਖਰਾਬ ਹੋਈਆਂ, ਪਹਿਲੇ ਹੀ ਜਿਹੜੀਆਂ ਮੰਡੀ ਬੋਰਡ ਦੀਆਂ ਸੜਕਾਂ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਹੈ, ਜਿਹੜੀਆਂ ਲਿੰਕ ਰੋਡਸ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਹੈ, ਤੇ ਜਿਹੜੀਆਂ ਇਹਨਾਂ ਦੀ ਸਟੇਟ ਹਾਈਵੇਜ਼ ਨੇ ਉਹ ਵੀ ਟੁੱਟਦੀਆਂ ਜਾ ਰਹੀਆਂ ਨੇ। ਬਹੁਤ ਜਗ੍ਹਾ ਦੇ ਵਿੱਚ ਉਹਨਾਂ ਦੇ ਵਿੱਚ ਪ੍ਰੋਬਲਮ ਹੈਗੀ ਹੈ ਤੇ ਉਹਨਾਂ ਨੂੰ ਠੀਕ ਕਰਨ ਵਾਸਤੇ ਅਗਰ ਤੁਸੀਂ ਇਦਾਂ ਦੀ ਵਿਚ ਹੰਟ ਕਰਨੀ ਸ਼ੁਰੂ ਕਰ ਦੋਗੇ ਵੱਡੀਆਂ ਕੰਪਨੀਆਂ ਦੀ ਤੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਟ੍ਰੀਟ ਕਰੋਗੇ ਕਿ ਅਸੀਂ ਤੁਹਾਨੂੰ ਕੋਰਟ ਲੈ ਜਾਵਾਂਗੇ, ਇਹ ਕਰ ਦੇਵਾਂਗੇ। ਪਹਿਲੀ ਗੱਲ ਤੇ ਇਹਨਾਂ ਕੋਲ ਪੈਸੇ ਹੈ ਨਹੀਂ ਤੇ ਮੈਨੂੰ ਤੇ ਜਿਹੜਾ ਫਿਊਚਰ ਹੈ ਸਾਡੇ ਰੋਡਵੇਜ਼ ਦਾ ਪੰਜਾਬ ਦੇ ਵਿੱਚ ਉਹ ਬਹੁਤ ਹੀ ਬਲੀਕ ਨਜ਼ਰ ਆ ਰਿਹਾ ਹੈ ਕਿ ਸੜਕਾਂ ਦੇ ਉੱਤੋਂ ਪਹਿਲੇ ਤੇ ਸ਼ੁਕਰ ਹੈ ਉਹ ਚਲੋ ਸਾਡੇ ਕੋਲੋਂ ਪੈਸੇ ਲੈ ਕੇ ਉਹਨਾਂ ਨੂੰ ਮੇਨਟੇਨ ਕਰ ਦਿੰਦੇ ਸੀਗੇ, ਅੱਗੇ ਤੇ ਸਾਡੇ ਕੋਲ ਮੇਨਟੇਨ ਕਰਨ ਦੀ ਵੀ ਸ਼ਮਤਾ ਹੈ ਨਹੀਂ ਤੇ ਕੀ ਹੋਏਗਾ? ਮੈਂ ਤੇ ਇਸ ਗੱਲ ਦੇ ਉੱਤੇ ਮੈਂ ਬਹੁਤ ਫਿਕਰਮੰਦ ਹਾਂ। ਨਹੀਂ, ਮੈਂ ਤੁਹਾਡੇ ਤੋਂ ਇੱਕ ਹੋਰ ਚੀਜ਼ ਸਮਝ ਚਾਹ ਰਿਹਾ, ਤੁਸੀਂ ਕਿਹੜੇ ਪੁਆਇੰਟ ਤੇ ਕਹਿ ਰਹੇ ਹੋ ਕਿ ਜੇਕਰ ਹੁਣ ਕੋਈ ਐਗਰੀਮੈਂਟ ਹੋਇਆ ਜਾਂ ਜਿਹੜੀਆਂ ਸ਼ਰਤਾਂ ਸੀ ਉਸ ਨੂੰ ਬ੍ਰੀਚ ਕੀਤਾ ਗਿਆ ਤਾਂ ਫਿਰ ਤਾਂ ਅਦਾਲਤ ਦਾ ਰੁਖ ਹੋਣਾ ਚਾਹੀਦਾ, ਕਿਉਂ ਨਹੀਂ ਹੋਣਾ ਚਾਹੀਦਾ ਸਰ? ਨਹੀਂ, ਪੱਕਾ ਜਾਣ ਨਾ ਅਦਾਲਤ ਜਾਣ, ਉਹ ਜਦੋਂ ਜਾਣਗੇ ਅਦਾਲਤ ਉਦੋਂ ਗੱਲ ਕਰ ਲਵਾਂਗੇ ਨਾ। ਇਹ ਸਭ PR ਮੈਂ ਐਕਚੁਅਲੀ ਸਵਾਲ ਤੁਹਾਨੂੰ ਇਹ ਪੁੱਛਣਾ ਚਾਹ ਰਿਹਾ ਹਾਂ, ਇਹ ਕਰਾਂਗੇ ਜਦੋਂ ਅਦਾਲਤ ਜਾਣਗੇ, ਜਦੋਂ ਕੇਸ ਹੋਏਗਾ ਨਾ। ਨਹੀਂ, ਠੀਕ ਹੈ, ਫਿਰ ਨਹੀਂ ਐਕਚੁਅਲੀ ਮੈਂ ਉਹ ਚੀਜ਼ ਸਮਝ ਨਹੀਂ ਚਾਹ ਰਿਹਾ ਜਿਹੜਾ ਤੁਸੀਂ ਕੰਪਨੀਆਂ ਵਾਲਾ ਜ਼ਿਕਰ ਕੀਤਾ। ਦੇਖੋ, ਹਰ ਕਿਸ ਦੇ ਜ਼ਿਹਨ 'ਚ ਹੈ ਕਿ ਜੇ ਅੱਜ ਆਪਾਂ ਕਿਸੇ ਕੰਪਨੀ ਨੂੰ ਕੋਈ ਕਿੰਤੂ ਪਰੰਤੂ ਕਰ ਰਹੇ ਹਾਂ ਤਾਂ ਕੱਲ ਨੂੰ ਹੋਰ ਇਨਵੈਸਟਰ ਕਿਵੇਂ ਆਏਗਾ ਪੰਜਾਬ 'ਚ? ਉਹ ਤੁਹਾਡਾ ਵੈਲਿਡ ਪੁਆਇੰਟ ਹੈ। ਬਿਲਕੁਲ। ਪਰ ਤੁਹਾਨੂੰ ਕਿਉਂ ਲੱਗ ਰਿਹਾ ਕਿ ਅਜਿਹੇ ਤਰੀਕੇ ਨਾਲ ਆਪਾਂ ਕੰਪਨੀ ਨੂੰ ਕੋਈ ਟ੍ਰੀਟ ਕਰ ਰਹੇ ਹਾਂ ਤਾਂ ਇਸ ਦਾ ਅਸਰ ਇਨਵੈਸਟਮੈਂਟ ਤੇ ਪਏਗਾ? ਕਿ ਜੇ ਕੋਈ ਕੰਪਨੀ ਬ੍ਰੀਚ ਕਰਦੀ ਹੈ ਕਿਸੇ ਗੱਲ ਨੂੰ, ਕੋਈ ਸਮਝੌਤੇ ਨੂੰ, ਤਾਂ ਫਿਰ ਤਾਂ ਉਹਦੀ ਜਵਾਬਦੇਹੀ ਹੋਏਗੀ ਨਾ।
ਗੌਰਵ ਜੀ ਤੁਸੀਂ ਐਸੀਆਂ ਗੱਲਾਂ ਅਗਰ ਮੀਡੀਆ ਦੇ ਵਿੱਚ ਆ ਕੇ ਅਗਰ ਐਸੀਆਂ ਗੱਲਾਂ ਚੀਫ ਮਿਨਿਸਟਰ ਕਰ ਦਿੰਦਾ ਹੈ ਕਿ ਮੈਂ ਕੰਪਨੀ ਨੂੰ ਕੋਰਟ 'ਚ ਲੈ ਜਾਵਾਂਗਾ, ਇਹ ਕਰਾਂਗਾ, ਤੇ ਬਾਕੀ ਸਾਰੇ ਇਨਵੈਸਟਰ ਜਿਹੜੇ ਨੇ ਉਹ ਆਟੋਮੈਟਿਕਲੀ ਡਰ ਜਾਂਦੇ ਨੇ। ਠੀਕ ਹੈ ਕਿ ਇੱਥੇ ਪਤਾ ਨਹੀਂ ਕੀ ਹੋ ਜਾਏਗਾ, ਕਿਹੜੇ ਵੇਲੇ ਪੋਪੂਲਿਸਟ ਸਕੀਮ ਦੇ ਕਾਰਨ ਇਹ ਸਾਨੂੰ ਇਸ ਤਰੀਕੇ ਦੇ ਨਾਲ ਕਰ ਦੇਣਗੇ। ਇਹ ਐਸੀਆਂ ਗੱਲਾਂ ਬੜੀਆਂ ਸੋਚ ਸਮਝ ਕੇ ਐਸੇ ਬਿਆਨ ਦੇਣੇ ਚਾਹੀਦੇ ਨੇ। ਇਹ ਇਨਵੈਸਟਰ ਸੈਂਟੀਮੈਂਟ ਨੂੰ ਬਹੁਤ ਜ਼ਿਆਦਾ ਇੰਪੈਕਟ ਕਰ ਦੇਣਗੇ। ਠੀਕ ਹੈ, ਮਤਲਬ ਤੁਸੀਂ ਕਹਿ ਰਹੇ ਹੋ ਕਿ ਜੇਕਰ ਕੋਈ ਸਮਝੌਤੇ ਜਾਂ ਨਿਯਮ ਤੋੜੇ ਗਏ ਨੇ ਤਾਂ ਫਿਰ ਪ੍ਰਚਾਰਿਆ ਨਾ ਜਾਵੇ ਕਿ ਤੁਸੀਂ ਕੋਈ ਐਕਸ਼ਨ ਲੈਣਾ ਤਾਂ ਕੋਰਟ ਦੇ ਵਿੱਚ ਜਾਣਾ। ਉਹ ਤੁਸੀਂ ਕੋਰਟ ਜਾਓ ਨਾ, ਤੁਸੀਂ ਕੋਰਟ ਜਾਓ, ਜਾ ਕੇ ਉੱਥੇ ਔਨ ਮੈਰਿਟ ਉਸ ਕੇਸ ਨੂੰ ਲੜੋ। ਇਹਦੇ ਵਿੱਚ ਪੋਲਿਟਿਕਸ ਖੇਲਣ ਦੀ ਕੀ ਜ਼ਰੂਰਤ ਹੈਗੀ ਹੈ? ਠੀਕ ਹੈ, ਤੁਸੀਂ ਪੋਲਿਟਿਕਸ ਜਿੱਦਣ ਤੁਸੀਂ ਕੋਰਟ ਜਿੱਤ ਜਾਓਗੇ, ਉਸ ਕੇਸ ਨੂੰ ਜਿੱਤ ਜਾਓਗੇ, ਉਦੋਂ ਗੱਲ ਕਰਿਓ ਨਾ। ਹਜੇ ਕੇਸ ਹੋਇਆ ਨਹੀਂ ਤੇ ਤੁਸੀਂ ਕਹਿ ਰਹੇ ਹੋ ਅਸੀਂ ਵਿਚੰਟ ਕਰਾਂਗੇ। ਠੀਕ ਹੈ, ਵੈਲਿਡ ਪੁਆਇੰਟ। ਦੂਸਰੇ ਬੰਦੇ ਨੇ ਇੱਥੇ ਆ ਕੇ ਇਨਵੈਸਟ ਕਰਨਾ, ਉਹ ਕਿੱਦਾਂ ਕਰੇਗਾ? ਵੈਲਿਡ ਪੁਆਇੰਟ ਹੈ ਸਰ। ਮੈਂ ਇੱਕ ਵਾਰ ਰੁਕ ਕਰਦਾ ਸੰਘੇੜਾ ਸਾਹਿਬ, ਤੁਸੀਂ ਸਾਰੇ ਆਪਣੇ ਪੈਨਲਿਸਟ ਜਿਹੜੇ ਤੁਹਾਡੇ ਨਾਲ ਨੇ ਅੱਜ ਵਿਰੋਧੀ ਪਾਰਟੀਆਂ ਦੇ, ਉਹਨਾਂ ਨੂੰ ਸੁਣਿਆ। ਮੈਂ ਸ਼ੁਰੂਆਤ ਇੱਥੋਂ ਕਰਦਾ ਹਾਂ ਜੋ ਜੈਬੰਸ ਜੀ ਨੇ ਜ਼ਿਕਰ ਕੀਤਾ ਹੈ ਕਿ ਦੇਖੋ ਇੱਕ ਪਾਸੇ ਆਪਾਂ ਇਨਵੈਸਟਮੈਂਟ ਦੇ ਲਈ ਬਹੁਤ ਸਾਰੀ ਚਾਰਾਜੋਈ ਕਰ ਰਹੇ ਹਾਂ ਕਿ ਇਨਵੈਸਟਮੈਂਟ ਪੰਜਾਬ ਦੇ ਵਿੱਚ ਆਵੇ, ਪਰ ਤੁਹਾਨੂੰ ਨਹੀਂ ਲੱਗਦਾ ਕਿ ਐਸੀਆਂ ਸਟੇਟਮੈਂਟਸ ਇੱਕ ਵੱਖਰੇ ਤਰੀਕੇ ਨਾਲ ਮੈਸੇਜ ਭੇਜ ਰਹੀਆਂ ਨੇ ਇਨਵੈਸਟਰਸ ਦੇ ਕੋਲ? ਬਿਲਕੁਲ ਨਹੀਂ, ਉੱਕਾ ਹੀ ਇਹ ਕੋਈ ਨਾ ਕੋਈ ਬਹਾਨਾ ਲੱਭ ਰਹੇ ਨੇ। ਦੂਸਰੇ ਬੁਲਾਰੇ ਕੁਝ ਹੋਰ ਕਹਿ ਰਿਹਾ ਸੀ। ਜੈਬੰਸ ਸਿੰਘ ਹੁਣਾਂ ਨੇ ਇੱਕ ਨਵੀਂ ਗੱਲ ਕਰ ਲਈ ਕਿ ਕੰਪਨੀਆਂ ਡਰ ਜਾਣਗੀਆਂ ਜਦੋਂ ਕੋਈ ਕਾਨੂੰਨ ਦੀ ਇਨਫੋਰਸਮੈਂਟ ਹੁੰਦੀ ਹੈ, ਜਦੋਂ ਕਿ ਕਾਨੂੰਨ ਦੇ ਅਨੁਸਾਰ ਗੱਲ ਹੁੰਦੀ ਹੈ ਤਾਂ ਕੰਪੀਟੀਟਰ ਜਿਹੜੇ ਨੇ, ਦੂਸਰੇ ਕੰਪੀਟੀਟਰ ਤਾਂ ਚਾਹੁੰਦੇ ਆ ਕਿ ਇਹ ਪਲੇ ਫੀਲਡ ਜਿਹੜਾ ਈਵਨ ਹੋਵੇ ਸਾਰਿਆਂ ਲਈ। ਇਹ ਨਹੀਂ ਹੈ ਕਿ ਇੱਕ ਤੁਹਾਡੀਆਂ ਸਿਲੈਕਟਡ ਕੰਪਨੀਆਂ ਆ ਜਿਨ੍ਹਾਂ ਕੋਲੋਂ ਤੁਸੀਂ ਕਮਿਸ਼ਨ ਲੈਂਦੇ ਹੋ, ਰਿਸ਼ਵਤ ਲੈਂਦੇ ਹੋ ਜਾਂ ਹੋਰ ਫਾਇਦੇ ਲੈਂਦੇ ਹੋ, ਉਹਨਾਂ ਨੂੰ ਹੀ ਤੁਸੀਂ ਉੱਥੇ ਬਿਠਾਲਦੇ ਹੋ, ਉਹਨਾਂ ਨੂੰ ਹੀ ਤੁਸੀਂ ਫਿਰ ਰੋਕਦੇ ਨਹੀਂ ਹੈ। ਮੈਨੂੰ ਹੁਣ ਖੁੱਲ ਕੇ ਇਹ ਕਹਿਣਾ ਪੈ ਰਿਹਾ, ਜਦੋਂ ਤੁਸੀਂ ਕਾਨੂੰਨ ਲਾਗੂ ਕਰਦੇ ਆ ਤਾਂ ਕੋਈ ਨਹੀਂ ਇਸ ਗੱਲ ਨੂੰ ਮਨਾ ਕਰਦਾ। ਹਰ ਇੱਕ ਜਗ੍ਹਾ ਤੇ ਓਲੀਗੋਪੋਲਿਸਟਿਕ ਕੰਪੀਟੀਸ਼ਨ ਹੁੰਦਾ ਆ, ਮੋਨੋਪੋਲੀ ਹੁੰਦੀ ਆ। ਜੋ ਤੁਸੀਂ ਰਿਸ਼ਵਤ ਦੇ ਕੇ ਸਰਕਾਰਾਂ ਦੇ ਨਾਲ, ਮੰਤਰੀਆਂ ਦੇ ਨਾਲ ਭਾਈਵਾਲੀ ਕਰਦੇ ਹੋ, ਉਹ ਮੋਨੋਪੋਲੀ ਹੋ ਜਾਂਦੀ ਆ। ਓਲੀਗੋਪੋਲਿਸਟਿਕ ਕੰਪੀਟੀਸ਼ਨ ਆ ਜਿਹਦੇ ਚ ਕੁਝ ਕੰਪਨੀਆਂ ਹੁੰਦੀਆਂ ਜਿਹੜੀਆਂ ਇੱਕ ਦੂਜੇ ਨਾਲ ਕੰਪੀਟ ਕਰਦੀਆਂ, ਪ੍ਰਾਈਸਿਸ ਡਾਊਨ ਆਉਂਦੀਆਂ ਆ ਤੇ ਮੈਰਿਟ ਤੇ ਕੰਮ ਵੀ ਵਧੀਆ ਕਰਨ ਦੀ ਹੁੰਦਾ ਹੈ ਤੇ ਉਹਦੀਆਂ ਟਰਮਸ ਐਂਡ ਕੰਡੀਸ਼ਨ ਹੁੰਦੀਆਂ ਆ। ਕੋਈ ਇੱਥੇ ਉਦਾਂ ਹੀ ਥੋੜੀ ਕੋ ਬੰਦ ਕਰਾਤਾ। ਮੁੱਖ ਮੰਤਰੀ ਸਾਹਿਬ ਨੇ ਤਾਂ ਕਲੀਅਰ ਕੱਟ ਕਿਹਾ 786 ਦਿਨ ਦਾ ਕਿਸੇ ਨੇ ਜਵਾਬ ਨਹੀਂ ਦਿੱਤਾ ਕਿ 786 ਦਿਨ ਕੰਪਨੀ ਨੇ ਲੇਟ ਕੰਪਲੀਸ਼ਨ ਕੀਤੀ, ਲੇਟ ਕੰਮ ਸ਼ੁਰੂ ਕੀਤਾ। ਇਹ ਦੱਸਣ ਪਿਓ ਉਹਦੇ ਨਾਲ ਕਦੋਂ ਖਤਮ ਹੋਣਾ ਸੀ। ਫਿਰ ਸੰਘੇੜਾ ਸਾਹਿਬ ਦੇਖੋ ਇਹ ਕਹਿ ਰਹੇ ਨੇ, ਤੁਹਾਡੇ ਕਾਂਗਰਸ ਵਾਲੇ ਵੀ ਬੈਠੇ ਨੇ, 2006 ਦਾ ਜ਼ਿਕਰ ਕਰ ਰਹੇ ਨੇ। 2006 ਚ ਕਾਂਗਰਸ ਦੀ ਸਰਕਾਰ ਸੀ, ਉਹ ਕਹਿੰਦੇ 17 ਸਾਲ ਦਾ ਐਗਰੀਮੈਂਟ ਸੀ, ਖਤਮ ਹੋ ਗਿਆ, 2023 ਦੇ ਵਿੱਚ ਮੁੱਕਣਾ ਸੀ ਤੇ ਹੁਣ ਕ੍ਰੈਡਿਟ ਲੈ ਰਹੇ ਨੇ। ਨਹੀਂ, ਕ੍ਰੈਡਿਟ ਤਾਂ ਆਪਣੇ ਆਪ ਹੀ ਸਰਕਾਰ ਨੂੰ ਆਉਣਾ। ਜਿਹੜੀ ਸਰਕਾਰ ਵਧੀਆ ਕੰਮ ਕਰੂਗੀ, ਜਿਹੜੀ ਸਰਕਾਰ ਨਹੀਂ ਵਧੀਆ ਕੰਮ ਕਰੂਗੀ, ਮਾਫੀਆ ਰਾਜ ਪਾਲੂਗੀ, ਬੱਸਾਂ ਚੋਂ ਧੀਆਂ ਭੈਣਾਂ ਦੀ ਬੇਇੱਜ਼ਤੀ ਕਰਨਗੇ, ਥੱਲੇ ਸਿੱਟਣਗੇ, ਬੇਰੁਜ਼ਗਾਰੀ ਵਧੇਗੀ, ਗੈਂਗਸਟਰਵਾਦ ਵਧੇਗਾ, ਉਹਨਾਂ ਨੂੰ ਲੋਕਾਂ ਨੇ ਠੀਕ ਹੈ, ਆਪਾਂ ਜਵਾਬ ਲੈ ਲਈਏ। ਕਾਲੂ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ, ਠੀਕ ਹੈ, ਤੁਹਾਡਾ ਵੈਲਿਡ ਪੁਆਇੰਟ ਹੈ। ਨਹੀਂ, ਕੋਈ ਮੈਰਿਟ ਤੇ ਗੱਲ ਕਰਨਾ ਦਲੀਲ ਦੇਣ ਨਾਲ ਨਹੀਂ, ਤੁਹਾਡਾ ਪੁਆਇੰਟ ਆ ਗਿਆ ਸਰ। ਮੈਂ ਤਾਂ ਉਹ ਵੀ ਕਹਿ ਰਿਹਾ ਕਿ ਫੋਰਚੂਨੇਟਲੀ ਆਮ ਆਦਮੀ ਪਾਰਟੀ ਦੇ ਲਈ ਕਿ ਉਹਨਾਂ ਦੀ ਸਰਕਾਰ ਦੇ ਸਮੇਂ ਮੁੱਕ ਰਿਹਾ ਹੈ, ਜੇ ਕਾਰਜਕਾਲ ਜਾਂ ਜਿਹੜਾ ਉਹਨਾਂ ਦਾ ਪੂਰਾ ਟਾਈਮ ਪੀਰੀਅਡ ਸੀ। ਕਾਲੋ ਜੀ, ਨਹੀਂ, ਇਹਨਾਂ ਦੇ ਵੇਲੇ ਵੀ ਮੁੱਕੇ ਆ, ਲੋਕਾਂ ਨੂੰ PIL ਕਰਨੀ ਪੈਂਦੀ ਸੀ ਉਦੋਂ। ਮੈਂ ਤਾਂ ਇਹ ਕਹਿੰਦਾ ਕੋਈ ਲਿਟੀਗੇਸ਼ਨ ਜੇ ਕੋਈ ਇਲੀਗਲੀ ਬੰਦ ਕਰਾਉਂਦਾ ਤਾਂ ਦੂਏ ਦਿਨ ਸਟੇ ਮਿਲ ਜਾਂਦਾ, ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਇਹ ਜੈਬੰਸ ਸਿੰਘ ਹੁਣੀ ਜੇ ਇੰਨਾ ਕਹਿੰਦੇ ਵੀ ਇਲੀਗਲ ਹੋ ਰਿਹਾ ਤੇ ਇਹ ਖੁਦ PIL ਪਾ ਦੇਣ, ਕੰਟਰੈਕਟਰ ਨੂੰ ਜੇ ਰਹਿਣ ਦਿਓ। ਠੀਕ ਹੈ ਬਾਬਾ ਜੈਬੰਸ ਜੀ, ਜਵਾਬ ਲਵਾਂਗੇ। ਕਾਲੋ ਸਾਹਿਬ ਦੇਖੋ ਗੌਰਵ ਜੀ, ਸਵਾਲ ਨਾ ਸੰਘੇੜਾ ਸਾਹਿਬ ਨੂੰ ਸਿੱਧੇ ਦੋ ਤਿੰਨ ਸਵਾਲ ਨੇ। ਸਵਾਲ ਇਹ ਨੇ ਕਿ ਜੇਕਰ ਇਹ ਕਹਿੰਦੇ ਨੇ ਕਿ ਲੋਕਾਂ ਦੀ ਲੁੱਟ ਹੋ ਰਹੀ ਹੈ, ਠੀਕ ਹੈ, ਟੋਲ ਪਲਾਜ਼ਾ ਦੇ ਉੱਤੇ ਹੋ ਸਕਦਾ ਟੋਲ ਦੀ ਜਿਹੜੀ ਚਾਰजेस ਨੇ ਉਹ ਵੱਧ ਨੇ ਜਾਂ ਉਹ ਇੱਕ ਇਸ਼ੂ ਹੈ, ਉਹਨੂੰ ਡਿਸਕਸ ਕੀਤਾ ਜਾ ਸਕਦਾ। ਪਰ ਜਿੱਥੋਂ ਤੱਕ ਗੱਲ ਮੈਂ ਇਹਨਾਂ ਨੂੰ ਪੂਰਾ ਪ੍ਰੋਸੈਸ ਸਮਝਾਇਆ, ਤੁਸੀਂ ਵੀ BOT ਦੇ ਉੱਤੇ ਦੱਸਿਆ, ਬਿਲਟ ਆਪਰੇਟ ਐਂਡ ਦੈਨ ਟ੍ਰਾਂਸਫਰ, ਇਹ ਮੈਨੂੰ ਇਹ ਦੱਸਣ ਕਿ ਜਦੋਂ ਇਹ ਮਿਆਦ ਹੁਣ ਜਾਂ ਮੁੱਕ ਗਈ ਜਾਂ ਇਹ ਟੋਲ ਪਲਾਜ਼ੇ ਇਹਨਾਂ 'ਚ ਹੈ ਹਿੰਮਤ ਕਿ ਇਹ ਜਿਹੜੇ ਚੱਲਦੇ ਆ ਟੋਲ ਪਲਾਜ਼ੇ ਜਿਨ੍ਹਾਂ ਦੀ ਮਿਆਦ ਅਜੇ ਬਾਕੀ ਹੈ, ਕੀ ਇਹ ਉਹਨੂੰ ਬੰਦ ਕਰਵਾ ਸਕਦੇ ਨੇ? ਪਹਿਲਾ ਸਵਾਲ। ਦੂਸਰਾ ਮੇਰਾ ਵੀ ਇਹੀ ਸਵਾਲ ਹੈ ਕਿ ਜਿਨ੍ਹਾਂ ਦੀ ਮਿਆਦ ਮੁੱਕ ਗਈ ਹੈ, ਕੀ ਸਰਕਾਰ ਉਹਨਾਂ ਕੋਲ ਸਾਧਨ ਹੈ ਕਿ ਉਹ ਉਹਨਾਂ ਸੜਕਾਂ ਦੀ ਜਿਹੜੀ ਰਿਪੇਅਰ ਹੈ ਉਹਨੂੰ ਕਰ ਸਕਣ, ਜਾਂ ਇਹਨਾਂ ਕੋਲ ਉਹਦੇ ਲਈ ਕੀ ਮਾਡਲ ਹੈ ਉਹਨਾਂ ਕੋਲ? ਤੀਸਰਾ, ਜਿਹੜੀ ਗੱਲ ਇਹ ਬਾਰ-ਬਾਰ ਕਹਿੰਦੇ ਆ ਕਿ ਮੁੱਖ ਮੰਤਰੀ ਸਾਹਿਬ ਨੇ ਕਲੀਅਰ ਤੇ ਸੰਘੇੜਾ ਸਾਹਿਬ ਮੁੱਖ ਮੰਤਰੀ ਸਾਹਿਬ ਨੇ ਗੁਜਰਾਤ 'ਚ ਬਹਿ ਕੇ ਕਿਹਾ ਸੀ ਕਿ ਮੈਂ स्टेट का हेड होते हुए ये कह रहा हूं कि गोल्डी बराड़ अमेरिका में पकड़ा गया है। कित्थे है गोल्डी बराड़? दस्सण। मनीषा गुलाटी ਨੂੰ ਇਹਨਾਂ ਨੇ
ਚੇਅਰਪਰਸਨ ਐਜ਼ ਅ ਮਹਿਲਾ ਉਹਦੀ ਚਲੋ ਲਾਇਆ ਸੀਗਾ। ਆਪਾਂ ਡੀਲ ਨਾ ਨਹੀਂ, ਹੋਈਏ, ਮੈਂ ਨਹੀਂ ਇੱਥੇ ਆ ਰਿਹਾ। ਨਹੀਂ, ਤੁਸੀਂ ਗੱਲ ਕਰ ਸਕਦੇ ਹੋ, ਤੁਹਾਡਾ ਹੱਕ ਹੈ, ਪਰ ਮੈਂ ਉਹੀ ਕਹਿ ਰਿਹਾ ਕਿ ਡੀਲ ਨਾ ਹੋ ਜੀ। ਨਹੀਂ, ਡੀਲ ਨਹੀਂ ਹੋ ਰਿਹਾ। ਮੈਂ ਕਹਿ ਰਿਹਾ ਕਿ 786 ਦਿਨ ਵਾਲੇ ਬਿਆਨ ਨਾਲ ਸਹਿਮਤ ਹੋ ਕਿ ਨਹੀਂ? ਨਹੀਂ, ਮੈਂ ਦੇਖੋ ਬਿਲਕੁਲ ਨਹੀਂ। ਜਿੱਥੇ ਕਿਤੇ ਕੋਈ ਐਸੀ ਕੋਈ ਊਣਤਾਈ ਰਹੀ ਹੈ, ਬੇਸ਼ੱਕ ਉਹਦੇ ਲਈ ਜਿਹੜਾ ਹੈ ਕਾਨੂੰਨ ਦੇ ਵਿੱਚ ਪ੍ਰਾਵਧਾਨ ਹੈ। ਤੁਸੀਂ ਇਹ ਵੀ ਕਿਹਾ ਕਿ ਸੜਕਾਂ ਦੀ ਸਾਂਭ ਸੰਭਾਲ ਕਿਵੇਂ ਹੋਵੇਗੀ, ਤੁਹਾਨੂੰ ਇਸ ਦੀ ਚਿੰਤਾ ਹੈ, ਤੁਹਾਨੂੰ ਇਸ ਚੀਜ਼ ਦੀ ਵੀ ਚਿੰਤਾ ਹੈ। ਮੈਂ ਥੋੜੀ ਫਿਗਰ ਦਿੰਦਾ, ਤੁਸੀਂ ਉਸ ਦੇ ਉੱਪਰ ਜਵਾਬ ਦਿਓ। ਸੀਐਮ ਕਹਿੰਦੇ ਨੇ ਕਿ ਰੋਜ਼ਾਨਾ 10,52,000 ਰੁਪਏ ਇਹਨਾਂ ਟੋਲ ਪਲਾਜ਼ਿਆਂ ਦੇ ਉੱਤੇ ਵਸੂਲੇ ਜਾ ਰਹੇ ਸੀ। ਕੈਲਕੂਲੇਟ ਕਰੀਏ ਤਾਂ ਕਰੀਬ 3 ਕਰੋੜ ਰੁਪਇਆ ਮਹੀਨੇ ਦਾ ਬਣਦਾ ਹੈ। ਕੈਲਕੂਲੇਟ ਕਰੀਏ ਤਾਂ ਸਾਲ ਦਾ 37 ਕਰੋੜ ਰੁਪਇਆ ਬਣਦਾ ਹੈ। ਕੀ 105 ਕਿਲੋਮੀਟਰ ਦੇ ਉੱਤੇ 37 ਕਰੋੜ ਰੁਪਇਆ ਹਰ ਸਾਲ ਸੜਕ ਤੇ ਖਰਚ ਆਉਂਦਾ ਹੈ? ਕਿ ਜੇ ਉਹ 37 ਕਰੋੜ ਰੁਪਇਆ ਲੋਕਾਂ ਦੀ ਜੇਬ ਦੇ ਵਿੱਚੋਂ ਜਾ ਰਿਹਾ ਸੀ, ਤੁਹਾਨੂੰ ਲੱਗਦਾ ਕਿ ਇਸ ਦੀ ਵਜ੍ਹਾ ਨਾਲ ਕੀ ਹੈ ਸਾਡੇ ਕੋਲ ਸੜਕਾਂ ਬਹੁਤ ਵਧੀਆ ਹੈ ਜਾਂ ਟੋਲ ਪਲਾਜ਼ੇ ਨੇ ਸੰਭਾਲ ਕੇ ਰੱਖਿਆ ਸੀ ਉਹਨੂੰ, ਅਸੀਂ 37 ਕਰੋੜ ਜਾਣ ਦਈਏ ਲੋਕਾਂ ਦਾ? ਰੋਕਣ ਦੀ ਲੋੜ ਹੈ ਨਾ ਜੀ ਗੌਰਵ। ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ, ਔਰ ਮੈਂ ਵੀ ਕਹਿਣਾ ਕਿ ਲੋਕਾਂ ਦੀ ਲੁੱਟ ਨਹੀਂ ਹੋਣੀ ਚਾਹੀਦੀ। ਪਰ ਮੁੱਖ ਦੀ ਗੱਲ ਕੀ ਹੈ, ਅਸੀਂ ਇਹ ਕਹਿ ਰਹੇ ਹਾਂ ਕਿ ਜੇ ਕੰਟਰੈਕਟ ਕੀਤਾ ਤੇ ਉਹਦਾ ਪੂਰਾ ਪਹਿਲਾਂ ਸਰਵੇ ਹੁੰਦਾ ਹੈ, ਉਹਦੇ ਆਧਾਰ ਦੇ ਉੱਤੇ ਜਿਹੜੀ ਹੈ ਕੋਈ ਵੀ ਰਿਪੋਰਟ ਬਣਦੀ ਹੈ। ਜੇ ਤੁਸੀਂ 37 ਕਰੋੜ ਕਹਿ ਰਹੇ ਹੋ ਲੋਕਾਂ ਦੀ ਜੇਬ ਚੋਂ ਜਾ ਰਿਹਾ ਸੀ, ਤੁਸੀਂ ਔਰ ਮੈਂ ਵੀ ਦਿੰਦੇ ਸੀਗੇ, ਬਿਲਕੁਲ ਦਿੰਦੇ ਸੀ, ਸਾਡੀ ਵੀ ਜੇਬ ਚੋਂ ਜਾਂਦਾ ਸੀ। ਪਰ ਸਵਾਲ ਕਿੱਥੇ ਖੜਾ ਹੁੰਦਾ ਹੈ? ਸਵਾਲ ਇੱਥੇ ਖੜਾ ਹੁੰਦਾ ਹੈ ਕਿ ਇਹ ਝੂਠੀ ਉਹਦੇ ਉੱਤੇ ਵਾਹਵਾਈ ਕਿਉਂ ਖੱਟ ਰਹੇ ਨੇ? ਕਹਿੰਦੇ 2018 ਚ ਬੰਦ ਹੋ ਸਕਦਾ ਸੀ, ਤੁਹਾਡੀ ਸਰਕਾਰ ਸੀ, ਨਹੀਂ ਹੋਇਆ। ਨਹੀਂ ਹੋਇਆ ਤੇ ਹੁਣ ਚਲੇ ਜਾਣ ਕੋਰਟ ਦੇ ਵਿੱਚ ਕਿਉਂ ਨਹੀਂ ਹੋਇਆ? ਉਹਦੇ ਕੋਈ ਨਾ ਕੋਈ 5 ਸਾਲ ਹੋ ਗਏ ਸਰ, 5 ਸਾਲ। ਮੈਂ ਕਹਿੰਦਾ ਉਹਦੇ ਵਿੱਚ ਕੀ ਇਹਨਾਂ ਕੋਲ ਕੀ ਆਧਾਰ ਸੀਗਾ ਕਿ ਇਹ ਬੰਦ ਹੋ ਸਕਦਾ ਸੀ? ਇਹ ਦੱਸ ਦੇਣ। ਠੀਕ ਹੈ, ਨਹੀਂ ਵੈਲਿਡ ਪੁਆਇੰਟ ਦੱਸ ਦੇਣ ਕਿ ਇਹ ਪੁਆਇੰਟ ਕੋਲ ਕੀ ਆਧਾਰ ਹੈ। ਮੈਂ ਬਾਕੀ ਮਹਿਮਾਨਾਂ ਦਾ ਰੁਕ ਕਰਦਾ, ਪਰ ਸੰਘੇੜਾ ਸਾਹਿਬ 2018 ਦੇ ਵਿੱਚ ਕਿਵੇਂ ਬੰਦ ਹੋ ਸਕਦਾ ਸੀ, ਲੋਕਾਂ ਨੂੰ ਸਮਝਾ ਦਿਓ। ਤੁਸੀਂ ਜਿਹੜਾ ਕਹਿ ਰਹੇ ਹੋ ਕਿ ਅਕਾਲੀ ਦਲ ਨੇ 61 ਕਰੋੜ ਰੁਪਇਆ ਮਾਫ ਕਰਤਾ ਟੋਲ ਕੰਪਨੀ ਦਾ, ਉਹ ਉਸ ਦਾ ਆਧਾਰ ਕੀ ਹੈ ਉਹ ਵੀ ਦੱਸ ਦਿਓ। ਗੌਰਵ ਜੀ ਪਹਿਲਾਂ ਇੱਕ ਦੋ ਸਵਾਲ ਹੋਰ ਹੈਗੇ ਨੇ, ਉਹ ਵੀ ਨਾਲ ਪੁੱਛ ਲਿਓ ਮੈਨੂੰ। ਇੱਕ ਦੋ ਸਵਾਲ ਆਵਾਂਗਾ ਤੁਹਾਡੇ ਕੋਲ, ਤੁਹਾਡੇ ਅਕਾਲੀ ਦਲ ਦੀ ਰਿਐਕਸ਼ਨ ਲੈ ਕੇ ਤੁਹਾਡੇ ਕੋਲ ਆਵਾਂਗਾ। 1 ਸੈਕਿੰਡ ਨਹੀਂ, ਨਾਲ ਸਵਾਲ ਲੈ ਲਓ ਨਾ ਦੋ। ਸੰਘੇੜਾ ਸਾਹਿਬ ਨੂੰ ਹੋਰ ਸੌਖਾ ਕਰ ਦਈਏ, ਗੱਲ ਇਹਨਾਂ ਨੂੰ ਸੌਖੀ ਹੋ ਜਾਏਗੀ। ਮੈਂ ਦੋ ਗੱਲਾਂ ਮਿਲ ਕੇ ਜਿਹੜਾ ਹੁਣ ਕਾਲੋਂ ਸਾਹਿਬ ਵੀ ਕਹਿ ਰਹੇ ਆ। ਦੇਖੋ ਮੈਂ ਤੁਹਾਨੂੰ ਸੰਘੇੜਾ ਸਾਹਿਬ, ਮੈਂ ਤੁਹਾਨੂੰ ਇੱਕ ਦੋ ਸਵਾਲ ਹੋਰ ਕਰਦਾ ਹਾਂ, ਪਹਿਲਾਂ ਉਹਨਾਂ ਦੇ ਵੀ ਜਵਾਬ ਨਾਲ ਹੀ ਜਸਟੀਫਾਈ ਕਰ ਰਹੇ ਜੀ। ਪੀਰ ਮੁਹੰਮਦ ਜੀ ਥੋੜਾ ਜਿਹਾ ਇੰਤਜ਼ਾਰ ਕਰਿਓ, ਮੈਂ ਤੁਹਾਡੇ ਕੋਲ ਆਵਾਂਗਾ, ਬੇਫਿਕਰ ਰਹੋ, ਤੁਹਾਡੀ ਆਵਾਜ਼ ਸਮਝ ਨਹੀਂ ਆਏਗੀ ਕਿਸੇ ਨੂੰ ਵੀ, ਆਪਣੀ ਕਿਸੇ ਦੀ ਵੀ ਆਵਾਜ਼ ਸਮਝ ਨਹੀਂ ਆਏਗੀ। ਇੱਕ ਇੱਕ ਕਰਕੇ ਸੰਘੇੜਾ ਸਾਹਿਬ ਕੰਪਲੀਟ ਕਰ ਲਓ। ਬੜਾ ਕਲੀਅਰ ਹੈ 2018 ਦੇ ਵਿੱਚ ਕਿਵੇਂ ਬੰਦ ਹੋ ਸਕਦਾ ਸੀ ਇਹ ਟੋਲ ਪਲਾਜ਼ਾ? ਇਹਦਾ ਜਵਾਬ ਦਿਓ, 2018 ਚ ਕਿਵੇਂ ਬੰਦ ਹੋ ਸਕਦਾ? ਜੋ ਟਰਮਸ ਐਂਡ ਕੰਡੀਸ਼ਨ ਸੀਗੀਆਂ ਉਹਦੇ ਹਿਸਾਬ ਨਾਲ ਬੰਦ ਹੋ ਸਕਦਾ ਸੀਗਾ। ਜਿਹੜੇ ਅਸੀਂ ਫਿਗਰਸ ਦਿੱਤੀਆਂ ਆ ਉਹ ਕਲੀਅਰ ਕੱਟ ਦਿੱਤੀਆਂ ਆ, ਤੇ ਕਾਲੋਂ ਸਾਹਿਬ ਕਹਿ ਰਹੇ ਆ ਕਿ ਬਾਕੀ ਟੋਲ ਪਲਾਜ਼ੇ ਜਿਨ੍ਹਾਂ ਦੀ ਮਿਆਦ ਰਹਿੰਦੀ ਆ ਉਹ ਬੰਦ ਕਰਕੇ ਦਿਖਾਓ। ਅਸੀਂ ਤਾਂ ਕਹਿੰਦੇ ਹੀ ਨਹੀਂ ਹੈ ਕਿ ਅਸੀਂ ਇੱਕਦਮ ਬਿਨਾਂ ਮਿਆਦ ਵਾਲੇ ਵੀ ਖਤਮ ਕਰ ਦਿੰਦੇ ਆ ਜਿਨ੍ਹਾਂ ਦੀ ਮਿਆਦ ਰਹਿੰਦੀ ਆ। ਮਤਲਬ ਲਿਖਿਆ ਆ ਜਿਹੜਾ ਉਹਦੇ ਐਗਰੀਮੈਂਟ ਦੇ ਅਨੁਸਾਰ, ਉਹ ਤਾਂ ਇਮੀਡੀਏਟਲੀ ਅਗਲਾ ਛੋਟਾ ਜਿਹਾ ਸਵਾਲ ਤੇ ਹੋ ਜਾਏਗਾ। ਅਸੀਂ ਤਾਂ ਗੱਲ ਇਹ ਕਰਦੇ ਆ। ਸੰਘੇੜਾ ਸਾਹਿਬ ਮੇਰੀ ਬੇਨਤੀ ਹੈ, ਸੰਘੇੜਾ ਸਾਹਿਬ ਬੇਨਤੀ ਹੈ, ਸਵਾਲ ਲੈ ਲਓ। ਸਬਸਿਡੀ ਦਿੱਤੀ ਆ ਇਹਨਾਂ ਨੇ, ਇਦਾਂ ਹੀ ਕਰੋੜਾਂ ਰੁਪਏ ਮੁਆਫ ਕੀਤੇ ਆ, ਇਦਾਂ ਹੀ ਜਿਹੜੇ ਟੋਲ ਪਲਾਜ਼ੇ ਮਿਆਦ ਖਤਮ ਹੋਣ ਤੋਂ ਬਾਅਦ ਵੀ ਚੱਲੀ ਜਾਂਦੇ ਸੀ। ਔਰ ਕਾਲੋਂ ਸਾਹਿਬ ਜਸਟੀਫਾਈ ਇਹ ਕਰਦੇ ਆ। ਗੌਰਵ ਜੀ ਹੁਣ ਸਾਨੂੰ ਵੀ ਗੱਲ ਕਰਨ ਦਿਓ ਨਾ, ਤਾਂ ਇਹਨਾਂ ਨੂੰ ਸੰਘੇੜਾ ਸਾਹਿਬ ਇੱਕ ਛੋਟਾ ਜਿਹਾ ਸਵਾਲ, ਇੱਕ ਗੌਰਵ ਜੀ ਇੱਕ ਛੋਟਾ ਜਿਹਾ ਮੇਰਾ ਸਿਰਫ ਸਵਾਲ ਇਹਨਾਂ ਨੂੰ ਇਹ ਹੈ ਕਿ ਜੇ ਅਸੀਂ ਜਸਟੀਫਾਈ ਨਹੀਂ ਕਰ ਰਹੇ ਸੰਘੇੜਾ ਸਾਹਿਬ, ਮੈਂ ਤੇ ਇਹ ਕਹਿ ਰਿਹਾ ਕਿ ਜੇਕਰ ਉਹਨਾਂ ਦੀ ਮਿਆਦ ਖਤਮ ਹੋ ਰਹੀ ਸੀ ਤੇ ਤੁਸੀਂ ਉਹਨਾਂ ਨੂੰ ਮਿਆਦ ਜਿਹੜੀ ਅੱਗੇ ਨਾ ਵਧਾਉਂਦੇ, ਉਹਨਾਂ ਨੂੰ ਉਹ ਬੰਦ ਕਰ ਦਿੰਦੇ, ਉਹਦੇ ਉੱਤੇ ਐਸੀ ਪੀਆਰ ਐਕਸਰਸਾਈਜ਼ ਕਰਕੇ ਇਹਨਾਂ ਪ੍ਰੋਪੋਗੈਂਡਾ ਕਰਨ ਦੀ ਜ਼ਰੂਰਤ ਕੀ ਸੀ? ਠੀਕ ਹੈ, ਆਪਾਂ ਮੈਂ ਜਵਾਬ ਲਵਾਂਗਾ ਇੱਕ ਵਾਰੀ ਪੀਰ ਮੁਹੰਮਦ ਦਾ ਰੁਕ। ਸੰਘੇੜਾ ਸਾਹਿਬ ਥੋੜਾ ਵੇਟ ਕਰਿਓ, ਸਾਰਿਆਂ ਨੂੰ ਆਪਾਂ ਐਡ ਰੱਖੀਏ ਨਾਲ, ਸਾਰਿਆਂ ਦਾ ਜ਼ਰੂਰੀ ਹੈ। ਪੀਆਰ ਐਕਸਰਸਾਈਜ਼ ਦੀ ਹੈ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਕੁਰਾਲੀ ਵਾਲਾ ਟੋਲ ਪਲਾਜ਼ਾ ਜਿਸ ਦਾ ਤੁਸੀਂ ਜ਼ਿਕਰ ਕੀਤਾ ਸੀ ਉਸ ਦਾ ਜਵਾਬ ਲਵਾਂਗਾ, PIL ਦਾ ਜਵਾਬ ਲਵਾਂਗਾ। ਸੰਘੇੜਾ ਸਾਹਿਬ ਥੋੜੀ ਵੇਟ ਕਰਿਓ, ਮੈਂ ਜੈਬਾਨ ਜੀ ਔਰ ਪੀਰ ਮੁਹੰਮਦ ਜੀ ਨੂੰ ਇੱਕ ਵਾਰੀ ਦੁਬਾਰਾ ਸ਼ਾਮਲ ਕਰਾਂ। ਪੀਰ ਮੁਹੰਮਦ ਜੀ ਦੇਖੋ, ਆਪਾਂ ਪ੍ਰੈਜ਼ੈਂਟ ਕੁਝ ਗੱਲਾਂ ਕਰਾਂਗੇ ਜਿੰਦਾ ਜਵਾਬ ਸੰਘੇੜਾ ਸਾਹਿਬ ਸਪਸ਼ਟ ਦੇਣ। ਇੱਕ ਤਾਂ ਇਹ ਦੱਸਣ ਕਿ 2018 ਚ ਜੇ ਬੰਦ ਹੋ ਸਕਦਾ ਸੀ ਤੇ ਤੁਸੀਂ 1 ਸਾਲ ਉਹਨੂੰ ਡਿਲੇ ਕਿਉਂ ਕਰ ਦਿੱਤਾ? 1 ਸਾਲ ਤਾਂ ਤੁਹਾਨੂੰ ਵੀ ਹੋ ਗਿਆ ਤੁਹਾਡੀ ਸਰਕਾਰ ਬਣੀ ਨੂੰ। ਦੂਸਰੀ ਗੱਲ ਇਹ ਆ ਕਿ ਮੈਂ ਫਿਰ ਦੁਬਾਰਾ ਸਵਾਲ ਦੁਹਰਾਵਾਂਗਾ ਕਿ 1 ਸਾਲ ਦੇ ਵਿੱਚ ਕਿੰਨੀਆਂ ਸੜਕਾਂ ਜਿਹੜੀਆਂ ਲਿੰਕ ਸੜਕਾਂ, ਕਿੰਨੀਆਂ ਸੜਕਾਂ ਜਿਹੜੀਆਂ ਹਾਈਵੇ ਸੜਕਾਂ ਜਿਹੜੀਆਂ ਖਰਾਬ ਕਈ ਥਾਵਾਂ ਤੋਂ ਹੋਈਆਂ ਨੇ, ਉਹਨਾਂ ਵਾਸਤੇ ਤੁਸੀਂ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਹੈ, ਕੋਈ ਇਹ ਜਾਣਕਾਰੀ ਦਿਓ। ਤੀਸਰੀ ਮੇਨ ਗੱਲ ਇਹ ਆ ਕਿ ਸੰਘੇੜਾ ਸਾਹਿਬ ਕਿ ਤੁਸੀਂ ਵਾਰ-ਵਾਰ ਇਹ ਜ਼ਿਕਰ ਕਰ ਰਹੇ ਹੋ, ਮੈਂ ਕਹਿ ਰਿਹਾ ਕਿ ਤੁਸੀਂ ਵਾਰ-ਵਾਰ ਇਹ ਗੱਲ ਦਾ ਜ਼ਿਕਰ ਕਰੀ ਜਾ ਰਹੇ ਹੋ ਕਿ ਇਹ ਜੇ ਪਾਲਿਸੀ ਟੋਲ ਪਲਾਜ਼ਿਆਂ ਦੀ ਤੁਸੀਂ ਇਸ ਦੇ ਉੱਤੇ ਕੀ ਕਹੋਗੇ? ਅਕਾਲੀ ਦਲ ਨੇ ਮਾਫ ਕੀਤਾ ਜੁਰਮਾਨਾ ਕਿ ਨਹੀਂ? ਬਿਲਕੁਲ ਨਹੀਂ ਮਾਫ ਕੀਤਾ।
ਦੇਖੋ ਹਰ ਚੀਜ਼ ਦਾ ਇੱਕ ਜਿਹੜਾ ਹੁੰਦਾ ਨਾ ਐਗਰੀਮੈਂਟ ਹੁੰਦਾ, ਐਗਰੀਮੈਂਟ ਤੋਂ ਨਾ ਸਰਕਾਰ ਬਾਹਰ ਜਾ ਸਕਦੀ ਹੈ, ਨਾ ਹੀ ਜਿਹੜੀਆਂ ਟੋਲ ਕੰਪਨੀਆਂ ਨੇ ਕੋਈ ਆਮ ਕੰਪਨੀਆਂ ਨਹੀਂ, ਉਹਨਾਂ ਦੇ ਵਿੱਚ ਕਈਆਂ ਦਾ ਰਿਕਾਰਡ ਬਹੁਤ ਵਧੀਆ, ਜਿਹੜੀਆਂ ਕਿ ਬਹੁਤ ਵਧੀਆ ਸਰਵਿਸ ਵੀ ਮੁਹੱਈਆ ਕਰਾਉਂਦੀਆਂ ਨੇ ਤੇ ਲੋਕ ਵੀ ਉਹਨਾਂ ਤੋਂ ਸੰਤੁਸ਼ਟ ਨੇ। ਅਸਲ ਦੇ ਵਿੱਚ ਗੱਲ ਇਹ ਕਿ ਇੱਕ ਸਭ ਤੋਂ ਜ਼ਰੂਰੀ ਗੱਲ ਜਿਹੜੀ ਵਿੱਚ ਕਿਤੇ ਰਹਿ ਨਾ ਜਾਵੇ ਕਿ ਸੰਘੇੜਾ ਸਾਹਿਬ ਇਹ ਵੀ ਦੱਸਣ ਕਿ ਤੁਹਾਡੀ ਸਰਕਾਰ ਆਉਂਦਿਆਂ ਜਿਹੜੇ ਹੁਣ ਟੋਲ ਪਲਾਜ਼ੇ ਜਿਹੜੇ ਚਾਲੂ ਕੀਤੇ ਗਏ ਨੇ ਜਾਂ ਜਿਹੜੇ ਚਾਲੂ ਕੀਤੇ ਜਾ ਰਹੇ ਨੇ, ਜੇ ਤੁਹਾਨੂੰ ਇਹ ਨੀਤੀ ਚੰਗੀ ਨਹੀਂ ਲੱਗ ਰਹੀ ਤੇ ਤੁਸੀਂ ਇਹ ਜਿਹੜੇ ਟੋਲ ਪਲਾਜ਼ੇ ਜਿਹੜੇ ਹੁਣ ਚਾਲੂ ਹੋਏ ਨੇ ਉਹ ਕਿਉਂ ਨਹੀਂ ਚਾਲੂ ਹੋਣ ਦਿੱਤੇ? ਤੁਸੀਂ ਉਹਦੇ ਪੈਰਲਲ ਕੋਈ ਆਪਣਾ ਇੱਕ ਇਹੋ ਜਿਹਾ ਸਿਸਟਮ ਬਣਾਇਆ ਕਿ ਜੇ ਕੰਪਨੀਆਂ ਨੂੰ ਨਹੀਂ ਅਸੀਂ ਦੇਾਂਗੇ ਤੇ ਅਸੀਂ ਆਪਣੇ ਪੱਧਰ ਤੇ ਪੰਜਾਬ ਸਰਕਾਰ ਇਹ ਜਿਹੜੀਆਂ ਸੜਕਾਂ ਬਣਾਏਗੀ। ਮਤਲਬ ਕਿ ਸਿਸਟਮ ਤੋਂ ਬਾਹਰ ਤੁਸੀਂ ਕਿਵੇਂ ਜਾ ਸਕਦੇ ਹੋ? ਪੀਰ ਮੁਹੰਮਦ ਜੀ ਜਵਾਬ ਲੈ ਲਈਏ। ਜੈਬੰਸ਼ ਜੀ ਕੋਲ ਮੈਂ ਜਾਣਾ, ਉਸ ਤੋਂ ਪਹਿਲਾਂ ਜਵਾਬ ਲੈ ਲਈਏ। ਨਹੀਂ ਪਹਿਲੇ ਮੇਰਾ ਵੀ ਖਤਮ ਕਰ ਦਿਓ ਨਾ, ਫਿਰ ਬਾਅਦ ਦੇ ਵਿੱਚ ਇਹਨਾਂ ਕੋਲ ਚਲੇ ਜਾਇਓ। ਮੈਂ ਐਕਚੁਅਲੀ 1 to 1 ਚਾਹ ਰਹੇ ਹਾਂ ਕਿ ਸਭ ਦੇ ਨਾਲ ਦੀ ਨਾਲ ਜਵਾਬ ਮਿਲ ਜਾਣ। ਨਹੀਂ ਭੁੱਲ ਨਾ ਜਾਣ ਸੰਘੇੜਾ ਸਾਹਿਬ, ਬਾਬਾ ਸਵਾਲ ਨੇ। ਹਾਂ, ਕਿਉਂਕਿ ਜਵਾਬ ਦੇਣ ਵਾਲਾ ਇੱਕੋ ਬੰਦਾ ਸਰਕਾਰ ਤੋਂ ਹੀ ਆਪਾਂ ਜਵਾਬ ਲੈਣੇ। ਗੌਰਵ ਜੀ, ਕਰਪਸ਼ਨ ਰੋਕਣਾ, ਕਾਨੂੰਨ ਨੂੰ ਲਾਗੂ ਵਾਰੀ ਲਓ ਜੀ। ਜੈ ਬੰਸ ਸਿੰਘ ਜੀ, ਕਰਨਾ ਕੋਈ ਕਾਨੂੰਨ ਤੋਂ ਬਾਹਰ ਜਾਣ ਵਾਲੀ ਗੱਲ ਨਹੀਂ ਹੈ। ਕੰਪਨੀ ਦੀ ਮਿਆਦ ਖਤਮ ਹੋ ਗਈ, ਬੰਦ ਕਰਵਾਤਾ। ਹੁਣ ਮੈਨੂੰ ਪੁੱਛ ਰਿਹਾ ਸੀ ਕਾਲੋਂ ਸਾਹਿਬ ਤੁਸੀਂ ਇੰਨੀ ਦੇਰ ਕਿਉਂ ਲਾਤੀ, ਜਾਂ ਬਿਲਕੁਲ ਠੀਕ ਸਾਹਿਬ ਦੀ ਹੁਣ ਕੱਲ ਨੂੰ ਕਹਿਣਗੇ ਸ਼ਾਮ ਸੁੰਦਰ ਅਰੋੜਾ ਨੂੰ 8 ਮਹੀਨੇ ਬਾਅਦ ਕਿਉਂ ਫੜਿਆ? ਜਦੋਂ ਗੱਲ ਸਾਹਮਣੇ ਆਈ, ਕਾਗਜ਼ਾਂ ਦੀ ਫੋਲਾ ਫਰਾਲੀ ਹੋਈ, ਸਾਰਾ ਕੁਝ ਪਤਾ ਲੱਗਿਆ ਤਾਂ ਬੰਦ ਕਰਾਤਾ। ਮਤਲਬ ਪਹਿਲਾਂ ਕਰਾਈ ਸੀ ਟੋਲ ਬੰਦ, 8 ਮਹੀਨੇ ਟਾਈਮ ਨਹੀਂ ਲੱਗਾ ਤੁਹਾਡਾ। ਅਟੈਕ ਨਾ ਕਿਸੇ ਤੇ ਕਰੋ। ਇਹ ਕਹਿ ਰਹੇ ਆ ਕਿ ਚੇਅਰਪਰਸਨ ਨੂੰ ਕਿਉਂ ਹਟਾਤਾ? ਕੋਰਟ ਨੇ ਤੁਹਾਨੂੰ ਇਦਾਂ ਕਹਿਤਾ ਜੇ ਕੋਈ ਪ੍ਰੋਸੀਜਰਲ ਮਿਸਟੇਕ ਕਿਸੇ ਨੇ ਕਰਤੀ ਉਹ ਪੂਰੀ ਕਰਕੇ ਹਟਾ ਦਾਂਗੇ। ਠੀਕ ਹੈ, ਚਲੋ ਕੋਈ ਗੱਲ ਨਹੀਂ। ਮੈਂ ਉਹੀ ਕਹਿ ਰਿਹਾ ਆਪਾਂ ਡੀਰੇਲ ਨਾ ਹੋ ਜਾਈਏ। ਆਪਾਂ ਅੱਜ ਚੇਅਰਪਰਸਨ ਦੇ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਦੇ ਡਿਬੇਟ ਨਹੀਂ ਕਰ ਰਹੇ। ਮੈਂ ਤਾਂ ਹੀ ਕਹਿ ਰਿਹਾ ਕਿ ਉਹ ਫਿਰ ਡੀਰੇਲ ਹੋ ਜਾਣਗੇ। ਬੜਾ ਲੋਕਾਂ ਦੇ ਨਾਲ ਜੁੜਿਆ ਹੋਇਆ ਸੰਘੇੜਾ ਸਾਹਿਬ ਔਰ ਕਾਲੋ ਜੀ ਮੁੱਦਾ ਜਿਹੜਾ ਟੋਲ ਵਾਲਾ ਹੈਗਾ ਨਾ, ਬੜੀ ਦਿੱਕਤ ਹੁੰਦੀ ਹੈ ਲੋਕਾਂ ਨੂੰ ਜਦੋਂ ਉਹਨਾਂ ਦੇ ਟੋਲ ਦੇ ਪੈਸੇ ਕੱਟੇ ਜਾਂਦੇ ਨੇ। ਖੈਰ ਸੜਕ ਅੱਗੇ ਵਧੀਆ ਮਿਲਦੀ ਹੋਊਗੀ ਸ਼ਾਇਦ। ਬਹੁਤ ਸਾਰੇ ਲੋਕ ਮੈਨੂੰ ਮੈਸੇਜ ਕਰ ਰਹੇ ਕਿ ਕੋਈ ਸੜਕਾਂ ਵੀ ਨਹੀਂ ਬਣਾਉਂਦੇ ਇਹ ਟੋਲ ਵਾਲੇ, ਉਸ ਵਾਲੇ ਪਾਸੇ ਵੀ ਕੋਈ ਧਿਆਨ ਨਹੀਂ ਦਿੰਦਾ। ਪਰ ਜੈਬੰਸ਼ ਜੀ ਤੁਹਾਡਾ ਇੱਕ ਵਾਰੀ ਰੁਕ ਕਰਦਾ। ਜੈਬੰਸ਼ ਜੀ। ਹਾਂਜੀ, ਥੈਂਕ ਯੂ ਗੌਰਵ ਜੀ। ਦੇਖੋ ਮੈਂ ਬਿਲਕੁਲ, ਮੇਰੇ ਕੋਲ ਕੋਈ ਸਵਾਲ ਨਹੀਂ ਹੈ ਸੰਘੇੜਾ ਸਾਹਿਬ ਵਾਸਤੇ। ਮੈਂ ਤੇ ਸਿਰਫ ਇਸ ਮਾਧਿਅਮ ਤੋਂ ਪੰਜਾਬ ਦੇ ਲੋਕਾਂ ਦੇ ਨਾਲ ਇਹ ਗੱਲ ਕਰਨੀ ਚਾਹੁੰਦਾ ਕਿ ਸਾਨੂੰ ਇੱਕ ਐਸੀ ਸਰਕਾਰ ਚਾਹੀਦੀ ਹੈ ਜਿਹੜੀ ਬਹੁਤ ਸੈਂਸਿਟਿਵ ਹੋਏ ਇਹਨਾਂ ਗੱਲਾਂ ਦੇ ਵਿੱਚ। ਪਹਿਲੀ ਗੱਲ ਤੇ ਅਗਰ ਇਹਨਾਂ ਨੇ ਕੇਸ ਕਰਨਾ ਸੀਗਾ ਤੇ ਕੇਸ ਪਹਿਲੇ ਕਰ ਦਿੰਦੇ। ਉਸ ਦਿਨ ਵਾਸਤੇ ਕਿਉਂ ਵੇਟ ਕਰ ਰਹੇ ਨੇ ਜਦੋਂ ਉਹਨਾਂ ਦੀਆਂ ਟਰਮਸ ਖਤਮ ਹੋ ਰਹੀਆਂ ਨੇ? ਉਸੇ ਦਿਨ ਦੇ ਬਾਅਦ ਕਹਿੰਦੇ ਅਸੀਂ ਕੇਸ ਕਰਾਂਗੇ। ਜਿਹੜੇ ਬੰਦੇ ਦਾ ਇੱਥੇ ਕੰਮ ਹੀ ਮੁੱਕ ਗਿਆ ਉਹਦੇ ਉੱਤੇ ਕੇਸ ਕਰਨ ਦੀ ਕੀ ਜ਼ਰੂਰਤ ਹੈਗੀ ਹੈ? ਇਸੇ ਤਰੀਕੇ ਨਾਲ ਜਿਹੜੀਆਂ ਬਾਕੀ ਕੰਪਨੀਆਂ ਸਟਾਲ ਚਲਾ ਰਹੀਆਂ ਨੇ, ਅਗਰ ਉਹਨਾਂ ਨੂੰ ਜਦੋਂ ਇਹਨਾਂ ਨੇ ਬੰਦ ਕਰਨਾ ਉਹਨਾਂ ਦੇ ਉੱਤੇ ਕੇਸ ਹੁਣੇ ਹੀ ਕਰ ਦੇਣ, ਇਮੀਡੀਏਟਲੀ ਕਰ ਦੇਣ। ਅਗਰ ਇਹਨਾਂ ਨੂੰ ਕੋਈ ਉਹਦੇ ਵਿੱਚ ਕੋਈ ਪ੍ਰੋਬਲਮਸ ਨਜ਼ਰ ਆ ਰਹੇ ਨੇ ਤੇ ਦੇ ਸ਼ੁੱਡ ਫਾਈਲ ਦ ਕੇਸ ਇਮੀਡੀਏਟਲੀ। ਸੀਐਮ ਕਹਿੰਦੇ ਅਸੀਂ ਸ਼ੋ ਕਾਜ਼ ਨੋਟਿਸ ਉਹਨਾਂ ਨੂੰ ਜਾਰੀ ਕੀਤਾ, ਕੇਸ ਫਾਈਲ ਕੀਤੇ ਹੋਏ ਨੇ। ਇਹ ਜਿਹੜੀ ਟਾਈਮਿੰਗ ਹੈ ਨਾ ਇਹਨਾਂ ਦੀ ਕਿ ਉੱਥੇ ਜਾ ਕੇ ਜਿੱਦਣ ਖਤਮ ਹੁੰਦਾ ਉਦੋਂ ਕਹਿੰਦੇ ਨੇ ਕਿ ਅਸੀਂ ਜਾ ਕੇ ਅਸੀਂ ਹੁਣ ਇਹਨਾਂ ਦੇ ਉੱਤੇ ਕੇਸ ਕਰ ਦੇਵਾਂਗੇ, ਇਹ ਕਰਪਟ ਸੀਗੇ। ਇਹਨਾਂ ਨੂੰ ਪਹਿਲੇ ਮੈਂ ਜੈਵਨ ਜੀ ਮੈਂ ਤੁਹਾਨੂੰ ਵਿਚਾਲੇ ਰੋਕ ਰਿਹਾ। ਮੇਰਾ ਇੱਕ ਸਵਾਲ ਹੈ ਤੁਹਾਨੂੰ ਹੀ। ਆਮ ਆਦਮੀ ਪਾਰਟੀ ਦਾ ਤਰਕ ਇਹ ਹੈ ਕਿ ਇਸ ਤੋਂ ਪਹਿਲਾਂ ਵੀ ਇਹ ਹੋਇਆ ਕਿ ਟੋਲ ਦੀ ਮਿਆਦ ਮੁੱਕ ਗਈ, ਬਾਵਜੂਦ ਇਸ ਦੇ ਉਹ ਚੱਲਦਾ ਰਿਹਾ, ਫਿਰ ਕਿਸੇ ਨੂੰ PIL ਪਾਣੀ ਪਈ, ਅਦਾਲਤ ਦਾ ਰੁਖ ਕਰਨਾ ਪਿਆ, ਤਾਂ ਜਾ ਕੇ ਟੋਲ ਬੰਦ ਹੋਇਆ। ਕੁਰਾਲੀ ਵਾਲੀ ਟੋਲ ਪਲਾਜ਼ਾ ਦਾ ਉਹ ਐਗਜ਼ਾਮਪਲ ਵੀ ਦੇ ਰਹੇ ਸੀ। ਤੁਹਾਨੂੰ ਲੱਗਦਾ ਹੈ ਕਿ ਇਸ ਤਰੀਕੇ ਨਾਲ ਦੇਖੋ ਬੰਦ ਤਾਂ ਹੁੰਦੇ ਨਹੀਂ ਦੇਖੇ ਲੋਕਾਂ ਨੇ, ਇਹ ਵੀ ਇੱਕ ਫੈਕਟ ਹੈ। ਮੈਂ ਗੌਰਵ ਜੀ ਪਹਿਲੇ ਹੀ ਕਹਿਤਾ ਕਿ ਇਹਨਾਂ ਨੇ ਟਾਈਮ ਸਿਰ ਉਹਨੂੰ ਬੰਦ ਕਰ ਦਿੱਤਾ ਤੇ ਚੰਗਾ ਕੀਤਾ। ਉਹ ਤੇ ਮੈਂ ਪਹਿਲੇ ਕਹਿਤਾ ਸੀਗਾ ਨਾ। ਮੈਂ ਉਹਦੇ ਬਾਅਦ ਇਹ ਕਹਿ ਰਿਹਾ ਕਿ ਵਾਟ ਆਫਟਰ ਦੈਟ। ਮੈਨੂੰ ਜ਼ਿਆਦਾ ਪ੍ਰੋਬਲਮ ਹੈਗੀ ਹੈ ਇਹਨਾਂ ਦੀਆਂ ਜਿਹੜੀਆਂ ਬਾਅਦ ਦੀਆਂ ਗੱਲਾਂ ਨੇ ਕਿ ਪਹਿਲੇ ਟੋਲ ਬੰਦ ਕਰਨਾ, ਉਹਦਾ ਟਾਈਮ ਮੁੱਕ ਗਿਆ, ਫਿਰ ਉੱਥੇ ਜਾ ਕੇ ਚੀਫ ਮਿਨਿਸਟਰ ਖੜਾ ਹੋ ਜਾਂਦਾ ਹੈ, ਫਿਰ ਉਹ ਬਿਆਨ ਦਿੰਦਾ ਹੈ ਕਿ ਅਸੀਂ ਇਸ ਕੰਪਨੀ ਦੇ ਅਗੇਂਸਟ ਕੇਸ ਕਰ ਦੇਵਾਂਗੇ। ਉਸ ਚੀਜ਼ ਦੇ ਨਾਲ ਇਨਵੈਸਟਰ ਸੈਂਟੀਮੈਂਟ ਜਿਹੜੇ ਨੇ ਉਹ ਬਹੁਤ ਖਰਾਬ ਹੋ ਜਾਂਦੇ ਨੇ। ਕੋਈ ਇੱਥੇ ਸੜਕਾਂ ਬਣਾਉਣ ਆਏਗਾ ਨਹੀਂ, ਇਹਨਾਂ ਕੋਲੋਂ ਬਣਨੀਆਂ ਨਹੀਂ। ਮੈਂ ਇਹਨਾਂ ਨੂੰ ਕਹਿ ਰਿਹਾ ਕਿ ਅਗਰ ਕਿਸੇ ਦੇ ਉੱਤੇ ਕੇਸ ਕਰਨਾ ਹੈ ਤੇ ਹੁਣੀ ਕਰੋ। ਇਹ ਨਹੀਂ ਕਿ ਜਿੱਦਾਂ ਤੁਸੀਂ ਟੋਲ ਨੂੰ ਬੰਦ ਕਰਨ ਜਾਣਾ ਉਦੋਂ ਜਿਹੜੇ ਬੰਦੇ ਨੇ 17 ਸਾਲ ਉਹ ਟੋਲ ਨੂੰ ਚਲਾਇਆ ਉਹਦੀ ਬੇਇੱਜ਼ਤੀ ਕਰਨੀ ਸ਼ੁਰੂ ਕਰ ਦਿਓ ਉੱਥੇ ਜਾ ਕੇ। ਇਹ ਐਸੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਬਹੁਤ ਹੀ ਇਨਡੀਸੈਂਟ ਗੱਲਾਂ ਹੁੰਦੀਆਂ ਨੇ ਕਿਸੇ ਵੀ ਇੱਕ ਬੰਦੇ ਦੇ ਨਾਲ ਕਰਨ ਵਾਸਤੇ। ਪਹਿਲੇ ਕਿਉਂ ਨਹੀਂ ਇਹਨਾਂ ਨੇ ਕੇਸ ਕੀਤਾ ਉਹਨਾਂ ਦੇ ਉੱਤੇ, ਜਿਹੜਾ ਪੀਰ ਮੁਹੰਮਦ ਸਾਹਿਬ ਵੀ ਕਹਿ ਰਹੇ ਨੇ? ਵਾਈ ਨਾਟ ਅਰਲੀਅਰ? ਹੁਣ ਵੀ ਅਗਰ ਇਹਨਾਂ ਨੇ ਬਾਕੀ ਜਿਹੜੇ ਇਹਨਾਂ ਦੇ ਟੋਲਸ ਹੈਗੇ ਨੇ ਅਗਰ ਕੋਈ ਕੇਸ ਕਰਨਾ ਤੇ ਹੁਣੀ ਕਰ ਦੇ। ਪੁਆਇੰਟ ਹੈ ਬੇਸਿਕਲੀ ਤੁਸੀਂ ਕਹਿ ਰਹੇ ਹੋ ਕਿ ਜੇਕਰ ਟੋਲ ਕੰਪਨੀ ਦੇ ਨਾਲ ਕੋਈ ਪ੍ਰੋਬਲਮ ਹੈ ਤਾਂ ਬੰਦ ਹੋਣ ਤੋਂ ਪਹਿਲਾਂ ਹੀ ਟੋਲ ਕੰਪਨੀ ਨੂੰ ਕੋਈ ਸਵਾਲ ਕਰ ਦਿੱਤਾ ਜਾਵੇ ਜਾਂ ਕੋਰਟ ਦਾ ਰੁਖ ਕਰਨਾ ਤਾਂ ਪਹਿਲਾਂ ਕਰ ਦਿੱਤਾ ਜਾਵੇ। ਹਾਲਾਂਕਿ ਮੈਂ ਐਡ ਕੀਤਾ ਸੀ ਵਿਚਾਲੇ ਸੀਐਮ ਨੇ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਕਿ ਅਸੀਂ ਸ਼ੋ ਕਾਜ਼ ਨੋਟਿਸ ਵੀ ਜਾਰੀ ਕੀਤਾ ਹੈ ਕੰਪਨੀ ਨੂੰ ਕਿ ਤੁਹਾਨੂੰ ਬਲੈਕਲਿਸਟ ਕਿਉਂ ਨਾ ਕਰ ਦਿੱਤਾ ਜਾਵੇ। ਪਰ ਫਿਰ ਵੀ ਸੰਘੇੜਾ ਸਾਹਿਬ ਜਵਾਬ ਤੁਹਾਡੇ ਦਾ ਇੰਤਜ਼ਾਰ ਹੈ।
और शो कोर्स नोटिस ਇਹਨਾਂ ਨੇ ਕੀ ਕਰਨਾ ਹੈ, ਕੋਈ ਕੰਪਨੀ ਇੱਥੇ ਆਏਗੀ ਨਹੀਂ ਗੌਰਵ ਜੀ, ਕਿਸੇ ਕੰਪਨੀ ਨੇ ਨਹੀਂ ਆਣਾ ਇਸ ਤਰੀਕੇ ਦੇ ਨਾਲ ਵਿਛੜ ਕਰਨ ਠੀਕ ਹੈ ਸੰਘੇੜਾ ਸਾਹਿਬ, ਇੱਕ ਸੈਕਿੰਡ ਸੰਘੇੜਾ ਸਾਹਿਬ, ਇੱਕ ਜੇ ਸੈਕਿੰਡ ਕੋਈ ਕੰਪਨੀ ਰੂਲਾਂ ਦੀ ਉਲੰਘਣਾ ਕਰਦੀ ਹੈ ਜੀ ਤਾਂ ਉਹਨੂੰ ਸ਼ੋ ਕਾਜ਼ ਨੋਟਿਸ ਦਿੱਤਾ ਜਾਂਦਾ ਆ। ਠੀਕ ਹੈ, ਉਹ ਉਹ- ਮੀਡੀਆ ਚਾਹੁੰਦਾ ਆ, ਪਬਲਿਕ ਚਾਹੁੰਦਾ ਆ, ਪਬਲਿਕ ਰਿਲੇਸ਼ਨ ਡਿਪਾਰਟਮੈਂਟ ਹੈ, ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਨਹੀਂ ਉਹਨਾਂ ਦੀ ਸੰਘੇੜਾ ਸਰਕਾਰ ਸਾਹਿਬ ਕੀ ਜੋ ਕਰ ਕਹਿਣਾ ਰਹੀ ਚਾਹ ਰਹੇ ਨਾ ਜੈਵਾਨ ਜੀ, ਮੈਂ ਹੋਰ ਥੋੜਾ ਜਿਹਾ ਕਲੀਅਰ ਸ਼ਬਦਾਂ 'ਚ ਕਹਿਣਾ ਲੁੱਟ ਹੋ ਰਹੀ ਹੈ। ਨਹੀਂ ਠੀਕ ਹੈ, ਉਹਨਾਂ ਦਾ ਸਵਾਲ ਇਹ ਹੈ ਕਿ ਜੇਕਰ ਆਪਾਂ ਇੰਤਜ਼ਾਰ ਨਹੀਂ ਕਰਾਂਗੇ ਨਾ ਕਿ ਜੇਕਰ ਕੋਈ ਕੰਮ ਗਲਤ ਕਰ ਰਿਹਾ ਕਿ ਇਹਦਾ ਕੰਮ ਜਦੋਂ ਖਤਮ ਹੋ ਜਾਏਗਾ ਫਿਰ ਇਹਨੂੰ ਦੱਸਾਂਗੇ, ਘਰੇ ਕੋਈ ਮਿਸਤਰੀ ਲਗਾ ਲਿਆ ਆਪਾਂ, ਉਹ ਘਰ ਬਣਾ ਰਿਹਾ ਹੈ, ਉਹ ਉਲਟਾ ਸਿੱਧਾ ਕੋਈ ਕੰਮ ਕਰ ਰਿਹਾ, ਆਪਾਂ ਨੂੰ ਵਿਚਾਲੇ ਰੋਕ ਲਾਂਗੇ ਨਾ, ਖੜ ਜਾ ਰੁਕ ਜਾ ਕਿ ਇਹ ਗਲਤ ਕਰ ਰਹੇ ਹਾਂ। ਜੇ ਟੋਲ ਕੰਪਨੀ ਦਾ ਕੰਮ ਖਤਮ ਹੋਣ ਤੋਂ ਬਾਅਦ ਕਿਉਂ ਅਸੀਂ ਅਦਾਲਤ ਦਾ ਜਾਂ ਉਹਨਾਂ ਨੂੰ ਨੋਟਿਸ ਜਾਰੀ ਕਰ ਰਹੇ ਹਾਂ? ਬੇਸਿਕਲੀ ਸਵਾਲ ਉਹਨਾਂ ਦਾ ਇਹ ਹੈ। ਵੇਲੇ ਹੀ ਖਤਮ ਹੋ ਗਿਆ, ਮੈਂ ਉਹੀ ਕਹਿ ਰਿਹਾ, ਇਹਨਾਂ ਦੇ ਵੇਲੇ ਹੀ ਖਤਮ ਹੋ ਗਿਆ, ਜਦੋਂ ਸਾਨੂੰ ਪਤਾ ਲੱਗਣਾ ਅਸੀਂ ਉਦੋਂ ਹੀ ਰੋਕਣਾ ਹੈ ਨਾ, ਫਿਰ ਇਨਸਟੈਂਟਲੀ ਰੋਕਣਾ ਹੈ। ਜੇ ਮਿਆਦ ਪਹਿਲੇ ਖਤਮ ਹੋ ਚੱਲਾ ਜੈਵਾਨ ਜੀ ਠੀਕ ਹੈ, ਵੈਲਿਡ ਪੁਆਇੰਟ ਹੈ ਜੈਵਾਨ ਜੀ। ਦੇਖੋ ਗੱਲ ਇਹ ਹੈ ਕਿ ਜਦੋਂ ਤੱਥ ਸਾਹਮਣੇ ਆਇਆ ਉਸੇ ਸਮੇਂ ਕਿਹਾ ਜਾਏਗਾ ਨਾ। ਹੁਣ ਤੱਥ ਸੀਐਮ ਆਪਣੀ ਸਟੇਟਮੈਂਟ ਦੇ ਵਿੱਚ ਕਹਿੰਦੇ ਨੇ, ਕਹਿੰਦੇ ਅਸੀਂ ਫਾਈਲਾਂ ਫਰੋਲੀਆਂ ਤਾਂ ਪਤਾ ਲੱਗਿਆ ਕਿ ਇਹ ਸਭ ਕੁਝ ਇਹਨਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਗੌਰਵ ਜੀ ਤੁਸੀਂ ਕੀ ਗੱਲਾਂ ਕਰ ਰਹੇ ਹੋ? ਅੱਜ ਪਤਾ ਲੱਗਿਆ ਜਦੋਂ ਟੋਲ ਪਲਾਜ਼ਾ ਬੰਦ ਹੋ ਜਾਣਾ, ਅੱਜ ਪਤਾ ਲੱਗਿਆ? ਨਹੀਂ ਬੰਦ ਹੋਣਾ ਸੀ ਜੈਵਾਨ ਸਿੰਘ ਜੀ, ਵਿਛਣ ਤੁਹਾਡੇ ਹੋਰ ਵੀ ਇਸ ਤਰ੍ਹਾਂ ਦੇ ਬਹੁਤ ਕੰਮ ਨੇ, ਤੁਹਾਡੇ ਵੇਲੇ ਦੇ ਵੀ ਤੇ ਕਾਂਗਰਸ ਵੇਲੇ ਦੇ ਵੀ, ਕਿ 5 ਦਿਨ ਵੀ ਅਸੀਂ ਪਤਾ ਲੱਗਿਆ ਕੀ ਗੱਲਾਂ ਕਰ ਰਹੇ ਹੋ ਗੌਰਵ ਜੀ? ਇਹ ਮਤਲਬ ਅਸੀਂ ਇੱਥੇ ਬੱਚੇ ਥੋੜਾ ਬੈਠੇ ਹੋਏ ਹਾਂ। ਸੰਘੇੜਾ ਸਾਹਿਬ ਇਹ ਮਤਲਬ ਅੱਜ ਹੀ ਪਤਾ ਲੱਗਿਆ ਜਿੱਦਣ ਉਹ ਨਹੀਂ ਦੇਖੋ ਉਹਨਾਂ ਦਾ ਤਰਕ ਹੈ ਸਰ, ਮੈਂ ਤਾਂ ਉਹਨਾਂ ਦਾ ਤਰਕ ਜੋ ਤੁਹਾਡੇ ਸਾਹਮਣੇ ਰੱਖ ਰਿਹਾ ਉਦੋਂ ਪਹਿਲੇ ਨਹੀਂ ਪਤਾ ਲੱਗਦਾ। ਹਾਂ ਠੀਕ ਹੈ ਸੰਘੇੜਾ ਸਾਹਿਬ, ਦੇਖੋ ਥੋੜਾ ਜਿਹਾ ਹਜ਼ਮ ਨਹੀਂ ਹੋ ਰਿਹਾ ਸਾਰਿਆਂ ਨੂੰ, ਕਹਿੰਦੇ ਅੱਜ ਹੀ ਹੋਇਆ, ਇਹ ਅੱਜ ਹੀ ਤੁਹਾਨੂੰ ਪਤਾ ਲੱਗਿਆ, ਇਹ ਕਿਵੇਂ ਪੋਸੀਬਿਲਿਟੀ ਹੈ? ਸਾਰਿਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਹਜਮ ਹੋ ਰਹੀ। ਇੱਕ ਪਿੰਡ ਚੋਂ ਉੱਠ ਕੇ ਇੱਕ ਵਿਅਕਤੀ ਮੁੱਖ ਮੰਤਰੀ ਬਣ ਗਿਆ, ਪਹਿਲਾਂ ਐਮਪੀ ਬਣਿਆ, ਸਾਰੇ ਇੰਡੀਆ 'ਚ ਨਾਮ ਨਾ ਖੱਟਿਆ, ਫਿਰ ਲੋਕਾਂ ਨੇ ਉਹਨਾਂ ਨੂੰ ਉਹਨਾਂ ਦੇ ਸਮੇਤ 92 ਐਮਐਲਏ ਦੇ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਤੀ। ਅਰਵਿੰਦ ਕੇਜਰੀਵਾਲ ਸਾਹਿਬ ਡਾਈਜੈਸਟ ਨਹੀਂ ਹੋ ਰਿਹਾ, ਭਗਵੰਤ ਮਾਨ ਸਾਹਿਬ ਡਾਈਜੈਸਟ ਨਹੀਂ ਹੋ ਰਿਹਾ, ਤੇ ਸਾਡੇ ਜਿਹੜੇ ਆਮ ਲੋਕ ਐਮਐਲਏ ਬਣ ਗਏ ਉਹ ਨਹੀਂ ਡਾਈਜੈਸਟ ਹੋ ਰਹੇ, ਤੇ ਸਰਕਾਰ ਚੰਗਾ ਕੰਮ ਕਰ ਰਹੀ ਹੈ। ਠੀਕ ਹੈ ਕਾਲੋ ਸਾਹਿਬ, ਭਗਵੰਤ ਮਾਨ ਸਾਹਿਬ ਬਾਰ-ਬਾਰ ਮੁੱਖ ਮੰਤਰੀ ਬਣ ਗਏ, ਇਹ ਦੇਖੋ ਉਹਨੇ ਇਹਨਾਂ ਨੇ ਲਿਟਰੇਚਰ ਬੋਲਣਾ ਸ਼ੁਰੂ ਕਰ ਦਿੱਤਾ, ਜਵਾਬ ਦੇ ਹੁਕਮ ਹੈ ਚਲੋ ਮੈਂ ਤਾਂ ਹੀ ਕਹਿ ਰਿਹਾ ਕਿ ਪੋਲੀਟੀਸਾਈਜ਼ ਨਾ ਹੋ ਜਾਵੇ ਪੂਰਾ ਮਸਲਾ। ਦੇਖੋ ਬਹੁਤ ਸਾਰੇ ਲੋਕਾਂ ਨੇ ਮੈਨੂੰ ਇਨਫੈਕਟ ਨਾਲ ਦੀ ਨਾਲ ਮੈਸੇਜ ਵੀ ਆ ਰਹੇ ਨੇ, ਉਹ ਕਹਿੰਦੇ ਕਿ ਅਸੀਂ ਤਾਂ ਜੀ ਜਦੋਂ ਗੱਡੀ ਖਰੀਦੀ ਉਦੋਂ ਟੈਕਸ ਭਰਾਤਾ, ਉਹਦੀ ਗੱਲ ਕਰੋ। ਸੰਘੇੜਾ ਸਾਹਿਬ ਇਹ ਤੁਹਾਡੇ ਕੋਲ ਵੀ ਲੋਕ ਕਹਿੰਦੇ ਹੋਣਗੇ, ਉਹ ਕਹਿੰਦੇ ਨੇ ਜਿਹੜੇ ਦਰਸ਼ਕ ਕਿ ਅਸੀਂ ਤਾਂ ਜਦੋਂ ਗੱਡੀ ਖਰੀਦੀ ਸੀ ਤਾਂ ਟੈਕਸ ਦਿੱਤਾ ਸੀ, ਅਸੀਂ ਆਪਣਾ 2 ਵੀਲਰ ਖਰੀਦਿਆ ਉਸ ਵੇਲੇ ਟੈਕਸ ਦਿੱਤਾ, ਮੁੜ ਕੇ ਫੇਰ ਟੋਲ ਲਾ ਦਿੰਦੇ ਨੇ, ਉੱਥੇ ਵੀ ਪੈਸੇ ਲੈਂਦੇ ਰਹਿੰਦੇ ਨੇ। ਗੌਰਵ ਜੀ ਬਿਲਕੁਲ ਬੜੀ ਦਿੱਕਤ ਹੈ ਸਰ ਲੋਕਾਂ ਨੂੰ। ਮੈਂ ਸਹਿਮਤ ਹਾਂ ਤੁਹਾਡੇ ਨਾਲ। ਉਹ ਇੱਕ ਅਲੱਗ ਪ੍ਰੋਜੈਕਟ ਹੈ, ਮੈਂ ਸਰ ਉਹ ਬਿਲਕੁਲ ਅਲੱਗ ਇਸ਼ੂ ਹੈਗਾ। ਹਾਂ ਉਹ ਪੂਰਾ ਸਿਸਟਮ ਬਣਿਆ ਹੋਇਆ ਹੈ। ਉਹ ਇੱਕ ਅਲੱਗ ਇਸ਼ੂ ਹੈ, ਅਲੱਗ ਪ੍ਰੋਜੈਕਟ ਹੈ ਔਰ ਵੱਡਾ ਪ੍ਰੋਜੈਕਟ ਹੈ। ਕਾਲੋ ਸਾਹਿਬ ਅੱਜ ਆਪਾਂ ਉਸ ਪ੍ਰੋਜੈਕਟ ਦੀ ਗੱਲ ਕਰ ਰਹੇ ਹਾਂ। ਅੱਜ ਆਪਾਂ ਜਿਹੜੇ ਅੱਜ ਵੈਲਿਡ ਹੈ ਸਰ, ਮੇਰੇ ਕੋਲ ਗੱਲ ਪਹੁੰਚੀ, ਮੈਂ ਇਸ ਕਰਕੇ ਤੁਹਾਡੇ ਨਾਲ ਸਾਂਝੀ ਕੀਤੀ। ਦੇਖੋ ਕੁੱਲ ਮਿਲਾ ਕੇ ਆਪਾਂ ਜੇ 5 ਲੋਕ ਅੱਜ ਬੈਠ ਕੇ ਇਸ ਦੇ ਉੱਤੇ ਚਰਚਾ ਕਰ ਰਹੇ ਹਾਂ, ਉਸ ਦਾ ਇੱਕੋ ਮਕਸਦ ਹੈ ਪੰਜਾਬ ਦੇ ਲੋਕ ਉਹਨਾਂ ਤੱਕ ਗੱਲ ਪਹੁੰਚੇ, ਕਲੀਅਰ ਗੱਲ ਪਹੁੰਚੇ। ਇਸ ਕਰਕੇ ਜੇ ਉਹ ਕੋਈ ਗੱਲ ਕਹਿ ਰਹੇ ਨੇ ਤਾਂ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਉਹਨਾਂ ਦੀ ਗੱਲ ਨਾ ਸਿਰਫ ਤੁਹਾਡੇ ਤੱਕ ਪਹੁੰਚਾਵਾਂ ਬਲਕਿ ਸਾਰਿਆਂ ਤੱਕ ਪਹੁੰਚੇ। ਸੀਐਮ ਕਹਿ ਰਹੇ ਸੀ ਅੱਜ ਕਿ ਸ਼ਾਮ ਨੂੰ ਡਿਬੇਟਾਂ ਹੋਣਗੀਆਂ, ਉਮੀਦ ਹੈ ਕਿ ਮੁੱਖ ਮੰਤਰੀ ਸ਼ਾਇਦ ਸੁਣ ਵੀ ਰਹੇ ਹੋਣੇ ਇਸ ਡਿਬੇਟ ਨੂੰ। ਕਾਲੋ ਜੀ ਕੁਝ ਕਹਿਣਾ ਚਾਹ ਰਹੇ ਹੋ ਤੁਸੀਂ? ਗੌਰਵ ਮੈਂ ਤੇ ਬਸ ਇੰਨਾ ਹੀ ਕਹਿਣਾ ਚਾਹੂੰਗਾ ਕਿ ਜੇਕਰ ਲੋਕਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਸੰਘੇੜਾ ਸਾਹਿਬ, ਤੇ ਉਸ ਚੀਜ਼ ਦਾ ਉਹਨਾਂ ਲੋਕਾਂ ਦੇ ਜਿਹੜਾ ਤੁਹਾਨੂੰ ਐਡਾ ਵੱਡਾ ਬਹੁਮਤ ਦਿੱਤਾ ਹੈ ਉਹਦਾ ਮਾਨ ਸਨਮਾਨ ਵੀ ਰੱਖੋ। ਬਈ ਇਹਦੇ 'ਚ ਇਹ ਕਹਿ ਦੇਣਾ ਕਿ ਹਰ ਗੱਲ ਦੇ ਉੱਤੇ ਅਸੀਂ ਜਿਹੜਾ ਹੈ ਕੋਈ ਨਾ ਕੋਈ ਐਸਾ ਪੀਆਰ ਇਵੈਂਟ ਬਣਾ ਲੈਨੇ ਆ ਕਿ ਭੱਜ ਕੇ ਜਾ ਕੇ ਅਸੀਂ ਅੱਜ ਕੀ ਜ਼ਰੂਰਤ ਸੀ, ਮੇਰੇ ਸਾਹਮਣੇ ਆ ਗ੍ਰਾਫਿਕਸ ਆ ਰਹੇ ਨੇ ਤੁਹਾਡੇ ਆ ਸਾਰੇ, ਇਹਦੇ ਕੀ ਜ਼ਰੂਰਤ ਸੀ? ਇਹ ਕਹਿੰਦੇ ਨੇ ਕਿ ਜਦੋਂ ਸਾਨੂੰ ਪਤਾ ਲੱਗਾ ਅਸੀਂ ਉਦੋਂ ਹੀ ਇਹਦੀ ਗੱਲ ਕਰਤੀ ਕਿ ਜੀ ਅਸੀਂ ਇਹਨਾਂ ਨੂੰ ਸ਼ੋ ਕਾਜ਼ ਨੋਟਿਸ ਵੀ ਦਿੱਤਾ ਹੈ, ਇਹਨਾਂ ਦੇ ਅਗੇਂਸਟ ਅਸੀਂ ਐਕਸ਼ਨ ਵੀ ਲਵਾਂਗੇ, ਅਸੀਂ ਕੋਰਟ ਵੀ ਜਾਵਾਂਗੇ। ਜਦੋਂ ਪਹਿਲਾਂ ਇਹਨਾਂ ਨੇ 2 ਵਾਰੀ ਟੋਲ ਪਲਾਜ਼ੇ ਬੰਦ ਕਰਨ ਗਏ ਸੀਗੇ, ਕੀ ਗੱਲ ਉਦੋਂ ਇਹਨਾਂ ਨੇ ਫਾਈਲਾਂ ਨਹੀਂ ਸੀ ਫੋਲੀਆਂ? ਇਹ ਕੁਝ ਵੀ ਨਹੀਂ ਹੈ। ਤੁਸੀਂ ਅਖਬਾਰਾਂ ਚੁੱਕ ਕੇ ਵੇਖ ਲਓ, ਹਰ ਅਖਬਾਰ ਦੇ ਉੱਤੇ ਏਡੀ ਵੱਡੀ ਪੰਜਾਬ ਵੈਸੇ ਆਰਥਿਕ ਮੰਦਹਾਲੀ ਦੇ ਦੌਰ 'ਚ ਹੈ, ਇਹ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਬੰਦ ਨਹੀਂ ਕਰਵਾ ਪਾਏ ਸਰ, ਸਿੱਧਾ ਆਮ ਆਦਮੀ ਪਾਰਟੀ ਕਹਿ ਰਹੀ ਹੈ ਤੁਸੀਂ ਬੰਦ ਨਹੀਂ ਕਰਵਾ ਪਾਏ ਟੋਲ ਪਲਾਜ਼ੇ। ਮੈਂ ਤੇ ਇੱਕ ਗੌਰਵ ਤੁਸੀਂ ਮੈਨੂੰ ਇਸ ਚੀਜ਼ ਦਾ ਜਵਾਬ ਦਿਓ। ਪਾਣੀ ਪੈਂਦੀ ਸੀ ਪੀਆਈਐਲ ਤਾਂ ਕਰਕੇ ਫਿਰ ਟੋਲ ਪਲਾਜ਼ਾ ਬੰਦ ਹੋਇਆ। ਗੌਰਵ ਮੇਰਾ ਤੇ ਸਿਰਫ ਸੰਘੇੜਾ ਸਾਹਿਬ ਨੂੰ ਇਹੋ ਹੀ ਸਵਾਲ ਹੈ ਕਿ ਜੇਕਰ ਅਸੀਂ ਨਹੀਂ ਕਰਾ ਪਾਏ, ਹੁਣ ਇਹਨਾਂ ਦੀ ਸਰਕਾਰ ਹੈ, ਬਹੁਮਤ 'ਚ ਨੇ, ਇਹ ਹੁਣ ਕਰਵਾ ਦੇਣ। ਸੰਘੇੜਾ ਸਾਹਿਬ ਤੁਸੀਂ ਕਿਹੜੀ ਪੀਆਈਐਲ ਦਾ ਜ਼ਿਕਰ ਕਰ ਰਹੇ ਹੋ? ਦੱਸ ਦਿਓ ਕਿ ਅਕਾਲੀ ਦਲ ਦੇ ਸਮੇਂ ਸੀ ਜਾਂ ਫਿਰ ਕਾਂਗਰਸ ਦੇ ਸਮੇਂ ਪੀਆਈਐਲ ਪਾ ਕੇ ਬੰਦ ਕਰਵਾਇਆ ਗਿਆ? 12.5 ਲੱਖ ਰੁਪਏ ਦੀ ਰੋਜ਼ਾਨਾ ਲੁੱਟ ਹੈ, ਜਦੋਂ ਮਿਆਦ ਖਤਮ ਹੋ ਗਈ ਕਾਂਗਰਸ ਵੇਲੇ ਇਹ ਬੰਦ ਹੋਣਾ ਚਾਹੀਦਾ ਸੀਗਾ। ਮੈਂ ਤੇ ਕਹਿ ਰਿਹਾ ਕਿ ਉਹ ਦੱਸੋ ਤੇ ਸਹੀ 2018 ਚ ਉਹ ਕਿਹੜੇ ਉਹ ਕੀ ਸੀ, ਕੀ ਉਹਦਾ ਕੀ ਪ੍ਰੋਸੀਜਰ ਸੀ, ਕਿਵੇਂ ਬੰਦ ਹੋ ਸਕਦਾ ਸੀ? ਜਨਤਕ ਕਰੋ ਨਾ ਇਹ ਗੱਲ
ਕਹਿ ਦੇਣਾ ਮੁੱਖ ਮੰਤਰੀ ਸਾਹਿਬ ਕਹਿ ਰਹੇ 10,32,000 ਤੁਸੀਂ ਕਹਿ ਰਹੇ 12.5 ਲੱਖ। ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਝੂਠ ਕੌਣ ਬੋਲ ਰਿਹਾ, ਸੰਘੇੜਾ ਸਾਹਿਬ ਜਾਂ ਮਾਨਯੋਗ ਮੁੱਖ ਮੰਤਰੀ ਸਾਹਿਬ, ਕੌਣ ਝੂਠ ਬੋਲ ਰਿਹਾ? ਕੌਣ ਆંકੜਿਆਂ ਦੇ ਉੱਤੇ ਸ਼ਰੇਆਮ ਤੁਸੀਂ ਟੀਵੀ ਚੈਨਲ ਦੇ ਉੱਤੇ ਬੈਠ ਕੇ ਝੂਠ ਬੋਲ ਰਹੇ ਹੋ? ਅੰਕੜੇ ਦੇ ਦਿੱਤੇ ਅਸੀਂ ਨਹੀਂ, ਉਹ ਕਹਿ ਰਹੇ 10,32,000, ਤੁਸੀਂ ਕਹਿ ਰਹੇ ਹੋ 12.5 ਕਰਦੀ ਆ, ਲੋਕਾਂ 'ਚ ਦੱਸਦੀ ਆ। ਇਸ ਤੋਂ ਪਰ ਉਹ ਟ੍ਰਾਂਸਪੇਰੈਂਸੀ ਕੀ ਹੋ ਜਾਂਦੀ ਆ? ਚਲੋ ਥੋੜੇ ਵੇਟ ਕਰੋ, ਇੱਕ ਵਾਰੀ ਕਿੱਥੇ ਰਿਐਕਟ ਕਰਦੇ ਹੋ, ਸਮਾਂ ਬਹੁਤ ਘੱਟ ਹੈ ਹੁਣ। ਤੁਸੀਂ ਥੋੜਾ ਵੇਟ ਕਰਿਓ ਸਰ ਪਲੀਜ਼, ਥੋੜਾ ਵੇਟ ਕਰਿਓ ਪਲੀਜ਼। ਮੈਂ ਪੀਰ ਮੁਹੰਮਦ ਜੀ ਦਾ ਰੁਖ ਕਰ ਦਵਾਂ। ਪੀਰ ਮੁਹੰਮਦ ਜੀ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ। ਮੈਂ ਤੁਹਾਡਾ ਇੱਕ ਫਾਈਨਲ ਕਮੈਂਟ ਚਾਹੁੰਦਾ। ਅਕਾਲੀ ਦਲ ਦੇ ਉੱਤੇ ਸਿੱਧੇ ਐਲੀਗੇਸ਼ਨਸ ਲਗਾਏ ਜਾ ਰਹੇ ਨੇ। ਇਨਫੈਕਟ ਸੀਐਮ ਨੇ ਆਪਣੀ ਸਟੇਟਮੈਂਟ ਦੇ ਵਿੱਚ ਕਿਹਾ ਕਿ ਜੋ ਕਹਿੰਦੇ ਸੀ ਰਾਜ ਨਹੀਂ ਸੇਵਾ, ਉਹਨਾਂ ਨੇ ਸਬਸਿਡੀਆਂ ਦਿੱਤੀਆਂ, ਉਹਨਾਂ ਨੇ ਜੁਰਮਾਨੇ ਮਾਫ ਕਰ ਦਿੱਤੇ। ਇਨਫੈਕਟ ਇੱਕ ਫਿਗਰ ਵੀ ਦਿੱਤੀ ਗਈ ਕਿ ਕਰੀਬ 125 ਕਰੋੜ ਦਾ ਪੂਰਾ ਪ੍ਰੋਜੈਕਟ ਸੀ ਇਹ, ਜਿਹੜਾ ਟੋਲ ਪਲਾਜ਼ਾ ਜਾਂ ਜਿਹੜਾ ਪੂਰਾ ਰੋਡ ਬਣਾਇਆ ਗਿਆ, ਉਸ ਦੇ ਉੱਤੇ ਟੋਲ ਪਲਾਜ਼ੇ ਲਗਾਏ ਗਏ। ਤਾਂ ਕਰੀਬ ਇੰਨੇ ਸਾਲਾਂ ਤੱਕ ਲੋਕਾਂ ਦੀ ਲੁੱਟ ਹੁੰਦੀ ਰਹੀ। ਇਹ ਸਿੱਧੇ ਐਲੀਗੇਸ਼ਨਸ ਨੇ। ਤੁਹਾਡੇ ਵਾਲੇ ਪਾਸੇ ਵੀ ਉਂਗਲਾਂ ਉੱਡਦੀਆਂ ਨੇ ਕਿਉਂਕਿ 10 ਸਾਲ ਸੱਤਾ 'ਚ ਤੁਸੀਂ ਰਹੇ। ਗੌਰਵ ਜੀ, ਇਹ ਝੂਠਾ ਪ੍ਰਾਪੋਗੰਡਾ ਇਹਨਾਂ ਨੇ ਪਹਿਲਾਂ ਵੀ ਕੀਤਾ, ਚਲੋ ਇਹਨਾਂ ਦੀ ਸਰਕਾਰ ਬਣ ਗਈ। ਹੁਣ ਤੁਸੀਂ ਦੇਖੋ, ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਇੱਕ ਵਫਦ ਦੇ ਨਾਲ ਨਿਤਨ ਗਡਕਰੀ ਜੀ ਨੂੰ ਮਿਲੇ ਆ। ਉਹ ਇਹਨਾਂ ਦੀ ਡਿਊਟੀ ਸੀ ਕਿ ਆਦਮਪੁਰ ਦਾ ਜਿਹੜਾ ਫਲਾਈਓਵਰ ਜਿਹੜਾ ਜਲੰਧਰ ਹੁਸ਼ਿਆਰਪੁਰ ਹੈ, ਉਹ 2017 ਤੋਂ ਬੰਦ ਪਿਆ, ਉਹਦਾ ਕੰਮ ਉਹਨੂੰ ਚਾਲੂ ਕਰਾਉਣ ਦਾ ਉਹਨਾਂ ਨੇ ਭਰੋਸਾ ਦਿੱਤਾ ਗਡਕਰੀ ਜੀ ਨੇ। ਫਿਰ ਇਸੇ ਤਰ੍ਹਾਂ ਹੀ ਮੁਕਤਸਰ ਫਿਰੋਜ਼ਪੁਰ ਜਿਹੜਾ ਰੋਡ ਹੈ, ਉਸ ਨੂੰ ਜਿਹੜਾ ਫਿਰੋਜ਼ਪੁਰ ਬਾਈਪਾਸ ਹੈ, ਉਹ ਜਿਹੜਾ ਦੁਬਾਰਾ ਉਹਨੂੰ ਸੜਕ ਬਣਾਉਣ ਦਾ ਜਿਹੜਾ ਪ੍ਰੋਜੈਕਟ ਹੈ, ਉਹਦਾ ਉਹਨਾਂ ਨੇ ਭਰੋਸਾ ਦਿਵਾਇਆ। ਇਹ ਕੰਮ ਇਹਨਾਂ ਨੇ ਦੱਸੋ, ਮੈਂ ਤੁਹਾਨੂੰ ਅੱਗੇ ਵੀ ਸਵਾਲ 3 ਵਾਰੀ ਜਾਂ ਤੀਜੀ ਵਾਰੀ ਕਰ ਰਿਹਾ, ਸੰਘੇੜਾ ਸਾਹਿਬ ਤੋਂ ਇਹਨਾਂ ਤੋਂ ਪੁੱਛ ਲਓ ਕਿ ਇਹਨਾਂ 8-10 ਮਹੀਨਿਆਂ ਦੇ ਵਿੱਚ ਇਹਨਾਂ ਨੇ ਕਿਹੜੀ ਸੜਕ ਲਿੰਕ ਰੋਡ ਬਣਾਈ? ਕੀ ਪੰਜਾਬ ਦੀਆਂ ਸਾਰੀਆਂ ਸੜਕਾਂ ਠੀਕ ਨੇ? ਫਿਰ ਇਹ ਝੂਠਾ ਪ੍ਰੋਪਗੈਂਡਾ ਕਿਉਂ ਕਰਦੇ ਆ? ਜੇ ਸ਼੍ਰੋਮਣੀ ਅਕਾਲੀ ਦਲ ਨੇ ਸਾਰੀਆਂ ਸੜਕਾਂ ਬਣਾਈਆਂ ਹੈ ਤਾਂ ਜਿਹੜੀਆਂ ਹਾਈਵੇਜ਼ ਦੀਆਂ ਜਿਹੜੀਆਂ ਮੇਨ ਸੜਕਾਂ ਸੀ, ਉਹਨਾਂ ਦੇ ਉੱਪਰ ਟੋਲ ਪਲਾਜ਼ੇ ਦੀ ਉਹੀ ਨੀਤੀ ਜਿਹੜੀ ਇੰਡੀਆ ਦੇ ਵਿੱਚ ਵੱਖਰੀ ਕੋਈ ਨੀਤੀ ਥੋੜਾ ਲੈਣ ਦੀ। ਜੇ ਇਹਨਾਂ ਕੋਲ ਕੋਈ ਵੱਖਰੀ ਨੀਤੀ ਹੈਗੀ ਏ, ਉਹਦੇ ਤਹਿਤ ਇਹਨਾਂ ਕਿਹੜੀ ਸੜਕ ਦਾ ਨਿਰਮਾਣ ਕਰਾਇਆ ਉਹ ਦੱਸ ਦੇਣ। ਠੀਕ ਹੈ ਜੈਬੰਸ ਜੀ, ਸਰ ਆਲਮੋਸਟ ਤੁਹਾਡੀ ਫਾਈਨਲ ਸਟੇਟਮੈਂਟ ਅੱਜ ਦੇ ਪ੍ਰੋਗਰਾਮ 'ਚ ਚਾਹੂੰਗਾ। ਤੁਸੀਂ ਬਹੁਤ ਜ਼ਿਕਰ ਕੀਤਾ ਕਿ ਬਾਅਦ ਵਾਲੀਆਂ ਸਟੇਟਮੈਂਟ ਦੇ ਉੱਪਰ ਤੁਹਾਨੂੰ ਇਤਰਾਜ਼ ਸੀ, ਪਰ ਤੁਹਾਨੂੰ ਲੱਗਦਾ ਹੈ ਕਿ ਜੇਕਰ ਕੰਪਨੀ ਨੇ ਕੋਈ ਨਿਯਮ ਤੋੜੇ ਨੇ, ਉਹ ਚਾਹੇ ਪਹਿਲਾਂ ਸਵਾਲ ਕਰ ਲਿਆ ਜਾਵੇ ਚਾਹੇ ਬਾਅਦ ਦੇ ਵਿੱਚ ਸਵਾਲ ਕਰ ਲਿਆ ਜਾਵੇ, ਜਵਾਬਦੇਹੀ ਤਾਂ ਉਹਨਾਂ ਦੀ ਬਣਦੀ ਹੈ? ਦੇਖੋ, ਮੈਨੂੰ ਤੇ ਬਿਲਕੁਲ ਸੈਟੀਸਫਾਈ ਨਹੀਂ ਕੀਤਾ ਸੰਘੇੜਾ ਸਾਹਿਬ ਨੇ ਆਪਣੇ ਆਨਸਰਸ ਦੇ ਨਾਲ, ਤੇ ਮੈਂ ਫਿਰ ਕੀ ਕਵਾਂ। ਤੇ ਜਿਹੜਾ ਕਹਿ ਰਹੇ ਨੇ ਕਿ ਸਾਨੂੰ ਇਹ ਪਚਦੀ ਨਹੀਂ, ਹਜਮ ਨਹੀਂ ਹੁੰਦੀ, ਇਹ ਸਰਕਾਰ ਸਹੀ ਕਹਿੰਦੇ ਨੇ, ਸਾਨੂੰ ਇਹ ਸਰਕਾਰ ਹਜਮ ਨਹੀਂ ਹੋ ਰਹੀ। ਜਿਸ ਤਰੀਕੇ ਦੇ ਨਾਲ ਇਹ ਸਰਕਾਰ ਨੇ ਪੰਜਾਬ ਦਾ ਸੱਤਿਆਨਾਸ਼ ਕਰ ਦੇਣਾ ਅਗਲੇ 5 ਸਾਲਾਂ ਦੇ ਵਿੱਚ, ਉਹ ਸਾਨੂੰ ਸਾਫ਼ ਨਜ਼ਰ ਆ ਰਿਹਾ ਹੈ। ਅਸੀਂ ਸਿਰਫ ਇਹਨਾਂ ਨੂੰ ਏਡਾ ਹੀ ਕਵਾਂਗੇ ਕਿ ਓਨੈਸਟਲੀ ਕੰਮ ਕਰਨਾ ਸ਼ੁਰੂ ਕਰੋ, PR ਐਕਸਰਸਾਈਜ਼ਸ ਬੰਦ ਕਰੋ, ਤੇ ਤੁਹਾਨੂੰ 92 MLAs ਤੁਹਾਨੂੰ ਦਿੱਤੇ ਹੋਏ ਨੇ, ਤੁਹਾਨੂੰ ਇਸ ਤਰੀਕੇ ਨਾਲ PR ਐਕਸਰਸਾਈਜ਼ਸ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਤੁਸੀਂ ਜਿਹੜਾ ਕੰਮ ਹੈ ਨਾ, ਉਹਨੂੰ ਮੈਚੁਰਿਟੀ ਦੇ ਨਾਲ ਕਰੋ ਤੇ ਓਨੈਸਟੀ ਦੇ ਨਾਲ ਕਰੋ, ਤਾਂ ਕਿ ਪੰਜਾਬ ਬਿਲਕੁਲ ਹੀ ਖੱਡੇ ਦੇ ਵਿੱਚ ਨਾ ਚਲਾ ਜਾਏ। ਮੈਂ ਤੇ ਏਡਾ ਹੀ ਰਿਕਵਰੀ ਹੋਣੀ ਚਾਹੀਦੀ ਹੈ ਕਿ ਜੇ ਸਰਕਾਰ ਮੈਨੂੰ ਬਿਲਕੁਲ ਨਹੀਂ ਸੈਟੀਸਫਾਈ ਕਰ ਸਕੇ। ਜੀ ਠੀਕ ਹੈ, ਕਾਲੋਂ ਸਾਹਿਬ ਫਾਈਨਲ ਸਟੇਟਮੈਂਟ ਤੁਹਾਡੀ ਕਰ ਸਕੇ ਆਪਣੇ ਆਨਸਰਸ ਦੇ ਨਾਲ। ਰਿਕਵਰੀ ਦਾ ਜ਼ਿਕਰ ਹੋ ਰਿਹਾ ਹੈ, ਕਹਿੰਦੇ ਰਿਕਵਰੀ ਕਰਵਾਵਾਂਗੇ। ਤੁਹਾਨੂੰ ਲੱਗਦਾ ਕਿ ਉਸ ਵਾਲੇ ਪਾਸੇ ਨੂੰ ਸਰਕਾਰ ਨੂੰ ਸਿੱਧਾ ਕੋਰਟ ਜਾ ਕੇ ਰੁਕ ਕਰਨਾ ਚਾਹੀਦਾ ਜਾਂ ਇੰਪੈਕਟ ਹੋਏਗਾ ਇਸ ਦਾ ਨਿਵੇਸ਼? ਇਹ ਐਡਾ ਉਹ ਜਿਹੜੀ ਅੱਗੇ ਕੰਪਨੀਆਂ ਨਾ, ਉਹਨੇ ਐਵੇਂ ਘਾਹ ਨਹੀਂ ਖਾਦਾ ਹੋਇਆ ਕਿ ਇਹ 2 ਮਿੰਟਾਂ ਦੇ ਵਿੱਚ ਜਾ ਕੇ ਉੱਥੋਂ ਦੀ ਰਿਕਵਰੀ ਕਰਾ ਲੈਣਗੇ। ਉਹ ਵੀ PR ਐਕਸਰਸਾਈਜ਼ ਹੈ। ਨਹੀਂ ਬਿਲਕੁਲ ਠੀਕ ਹੈ, ਪਹਿਲੇ ਕੇਸ ਤੇ ਕਰਨ, ਜਿੱਦਨ ਕੇਸ ਕਰਨਗੇ ਉਹਦੇ ਬਾਅਦ ਇਸ ਗੱਲ ਦੇ ਉੱਤੇ ਗੱਲ ਕਰ ਲਾਂਗੇ ਨਾ ਕਿ ਰਿਕਵਰੀ ਕਰਨੀ ਹੈ ਕਿ ਨਹੀਂ ਕਰਨੀ ਹੈ। ਕੰਪਨੀ ਦੀ ਬੇਇੱਜ਼ਤੀ ਕਰਕੇ ਜਾ ਰਹੇ ਨੇ। ਕਾਲੋਂ ਸਾਹਿਬ, ਕੰਪਨੀ ਬਾਹਰ ਜਾ ਰਹੀ ਹੈ, ਆਪਣਾ ਟੋਲ ਪਲਾਜ਼ਾ ਬੰਦ ਕਰਕੇ ਉਹਦੀ ਬੇਇੱਜ਼ਤੀ ਕਰ ਰਹੇ ਨੇ ਇਹ ਲੋਕ। ਦੇ ਆਰ ਇਨਸਲਟਿੰਗ। ਚਲੋ ਮੈਂ ਇੱਕ ਵਾਰੀ ਜਵਾਬ ਲਵਾਂਗਾ ਸਰ, ਸਮਾਂ ਮੇਰੇ ਕੋਲ ਕੰਕਲੂਡ ਕਰਨ ਦਾ। ਪਹਿਲੇ ਕੇਸ ਦੀ ਗੱਲ ਨਹੀਂ ਕਰੀਦੀ ਹੋਏਗੀ। ਠੀਕ ਹੈ, ਜਦੋਂ ਕੇਸ ਕਰਨਗੇ ਉਦੋਂ ਗੱਲ ਕਰਾਂਗੇ। ਕਾਲੋਂ ਸਾਹਿਬ ਦਾ ਇੱਕ ਰਿਐਕਸ਼ਨ ਲੈ ਲਈਏ। ਮੈਂ ਸੰਘੇੜਾ ਜੀ ਤੋਂ ਤੁਹਾਡੇ ਸਵਾਲ ਦਾ ਜਵਾਬ ਲਵਾਂਗਾ। ਗੌਰਵ, ਮੈਂ ਦੇਖੋ ਜੈਬੰਸ ਜੀ ਦਾ ਇਹਨਾਂ ਕੰਪਨੀਆਂ ਦੇ ਪਿੱਛੇ ਇੰਨਾ ਡਟ ਕੇ ਖਲੋਣਾ, ਮੈਂ ਸਮਝਦਾ ਪੂੰਜੀਪਤੀਆਂ ਦੀ ਸਰਕਾਰ ਔਰ ਪੂੰਜੀਪਤੀਆਂ ਦੇ ਨਾਲ ਖੜੇ ਹੋਣ ਦਾ ਇਹ ਇਹਨਾਂ ਦਾ ਫਰਜ਼ ਵੀ ਬਣਦਾ ਹੈ ਕਿ ਉਹਨਾਂ ਦੇ ਹਾਂ ਦਾ ਨਾਰਾ ਮਾਰ। ਪਰ ਮੇਰਾ ਔਰ ਕਾਂਗਰਸ ਪਾਰਟੀ ਦਾ ਇਨਫੈਕਟ ਸਿੱਧਾ ਸਵਾਲ ਹੈ ਸੰਘੇੜਾ ਸਾਹਿਬ ਨੂੰ ਕਿ ਇਹ PR ਐਕਸਰਸਾਈਜ਼ ਨਾ ਕਰ, ਔਰ ਸਾਡਾ ਸੁਝਾਅ ਵੀ ਹੈ ਇਹਨਾਂ ਨੂੰ। ਕੱਲ ਵੀ ਸੈਸ਼ਨ ਦੇ ਵਿੱਚ ਜਿਹੜਾ ਇੱਕ ਸਪੈਸ਼ਲ ਸੈਸ਼ਨ ਵਿਧਾਇਕਾਂ ਦਾ ਸੱਦਿਆ ਸੀ, ਉੱਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਹੁਣਾਂ ਨੇ ਵੀ ਇਹਨਾਂ ਨੂੰ ਬੜਾ ਕਿਹਾ ਸੀਗਾ ਕਿ ਤੁਸੀਂ ਚੀਜ਼ਾਂ ਦੀ ਪਹਿਲਾਂ ਘੋਖ ਕਰੋ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਔਰ ਫਿਰ ਸਟੇਟਮੈਂਟਾਂ ਦਿਓ, ਕਿਉਂਕਿ ਹੁਣ ਇਹ ਸਰਕਾਰ 'ਚ ਨੇ। ਔਰ ਸਰਕਾਰ ਔਰ ਪੰਜਾਬ ਵਰਗੀ ਜਿਹੜਾ ਇੰਨਾ ਸੂਬਾ, ਐਸਾ ਸੂਬਾ ਹੈ ਜਿਹੜਾ ਬੜਾ ਫਰਜਾਈਲ ਸੂਬਾ ਹੈ,
ਇਸ ਸੂਬੇ ਦੇ ਵਿੱਚ ਮੁੱਖ ਮੰਤਰੀ ਜਾਂ ਇਹਨਾਂ ਦੇ ਕਿਸੇ ਵੀ ਵਜ਼ੀਰ ਦੀ ਕਹੀ ਹੋਈ ਹੈ, ਐਮਐਲਏ ਦੀ ਕਹੀ ਹੋਈ ਕਿਸੇ ਵੀ ਗੱਲ ਨਾਲ ਜੀ। ਬਹੁਤ ਵੱਡਾ ਇੱਕ ਡੈਂਟ ਪੈ ਸਕਦਾ ਹੈ ਸੂਬੇ ਨੂੰ। ਸੋ ਇਹ ਪਹਿਲਾਂ ਤੋਲਣ ਫੇਰ ਬੋਲਣ, ਔਰ ਇਹ ਝੂਠੇ ਜਿਹੜੇ ਪ੍ਰੋਪੋਗੰਡੇ ਨੇ ਇਹ ਕਰਨਾ ਬੰਦ ਠੀਕ ਹੈ, ਕਰਨ। ਚਲੋ ਆਪਾਂ ਜਵਾਬ ਲੈ ਮੈਂ ਕੰਕਲੂਡ ਕਰਨਾ ਸੰਘੇੜਾ ਸਾਹਿਬ। ਜੋ ਮੈਂ ਕਿਹਾ ਉਹੀ ਕਾਲੋ ਸਾਹਿਬ ਨੇ ਕਹਿਤਾ, ਪਰ ਉਹਦੇ ਪਹਿਲੇ ਉਹ ਟਿਚਕਰੀ ਕਰਨੀ ਇਹਨਾਂ ਦੇ ਵਾਸਤੇ ਬਹੁਤ ਜ਼ਰੂਰੀ ਸੀਗੀ। ਪੂੰਜੀ ਪਤਿਆਂ ਦੀ ਸਰਕਾਰ ਹੈਗੀ ਹੈ, ਜੋ ਮੈਂ ਕਿਹਾ ਉਹੀ ਇਹਨਾਂ ਨੇ ਕਹਿਤਾ। ਠੀਕ ਹੈ ਸੰਘੇੜਾ ਸਾਹਿਬ, ਤੇ ਇਹ ਤਾਂ ਟਿਚਕਰੀਆਂ ਨਹੀਂ ਕਰੀਦੀਆਂ ਹੋਈਆਂ ਕਾਲੋ ਸਾਹਿਬ। ਨਹੀਂ ਜੈਬੰਸ ਜੀ, ਮੈਂ ਟਿਕਾਉਣ ਨਹੀਂ ਕੀਤੀ। ਮੈਂ ਤੇ ਤੁਹਾਡਾ ਜਿਹੜਾ ਪੂਰਾ ਅਡਾਨੀਆਂ, ਅੰਬਾਨੀਆਂ ਔਰ ਵੱਡੇ ਪੂੰਜੀਪਤੀਆਂ ਦੇ ਨਾਲ ਤੁਹਾਡੀ ਜਿਹੜੀ ਪਿੱਠ ਜੁੜਦੀ ਹੈ, ਇੱਕ ਛੋਟਾ ਜਿਹਾ ਸਟੇਟਮੈਂਟ ਸੰਘੇੜਾ ਸਾਹਿਬ, ਚਰਚਾ ਇਹ ਰਿਕਵਰੀ ਵਾਲਾ ਦੱਸ ਦਿਓ ਕਿਹੜਾ ਫਾਰਮੂਲਾ ਹੋਏਗਾ ਕਿ ਰਿਕਵਰੀ ਕਰਕੇ ਖਜ਼ਾਨੇ 'ਚ ਕੋਈ ਪੈਸਾ ਆਣ ਜਾ ਰਿਹਾ ਜਾਂ ਉਮੀਦ ਕਰੀਏ? ਮੈਂ ਉਹੀ ਕਹਿ ਰਿਹਾ ਕਿ ਸਾਰੇ ਬੁਲਾਰਿਆਂ ਦਾ ਕੰਪਨੀਆਂ ਪ੍ਰਤੀ ਹੇਜ ਤੇ ਲੋਕਾਂ ਦੀ ਸਰਕਾਰ ਪ੍ਰਤੀ ਵਿਰੋਧ ਉਛਾਲੇ ਮਾਰਦਾ ਪਿਆ ਆ। ਦੇਖੋ ਜਿਹੜੀ ਫਿਰ ਝੂਠ ਬੋਲ ਰਹੇ ਨੇ ਜੀ, ਫਿਰ ਝੂਠ ਬੋਲ ਰਹੇ ਨੇ। ਮੈਂ ਹੁਣੇ ਕੰਡੈਮ ਕਰਕੇ ਹਟਿਆ ਸੰਘੇੜਾ ਸਾਹਿਬ, ਕੰਪਨੀਆਂ ਦੇ ਵਿਰੁੱਧ ਜੈਬੰਸ ਸਾਹਿਬ ਦੀ ਸਟੇਟਮੈਂਟ ਨੂੰ ਹੁਣੇ ਕੰਡੈਮ ਕਰਕੇ ਹਟਿਆ। ਸ਼ਰੇਆਮ ਝੂਠ ਬੋਲ ਰਹੇ ਹੋ, ਸ਼ਰੇਆਮ। ਉਹਨੂੰ ਕੰਪਲੀਟ ਕਰ ਲੈਣ। ਗੌਰਵ ਜੀ, ਤੁਸੀਂ ਵੀ ਪੂਰਾ ਉਹ ਗੱਲ ਜਿਹੜਾ ਸਵਾਲ ਦਾ ਜਵਾਬ ਨਹੀਂ ਮੈਨੂੰ ਲੈ ਕੇ ਦਿੱਤਾ ਅਜੇ ਤੱਕ। ਨਹੀਂ, ਕਿਹੜੀ ਕੰਪਨੀ ਦੇ ਨਾਲ ਮੁਹੰਮਦ ਜੀ ਸਵਾਲ ਦਾ ਜਵਾਬ ਚਾਹੁੰਦੇ ਨੇ ਸੰਘੇੜਾ ਸਾਹਿਬ ਕੰਕਲੂਡ ਕਰਨਾ। ਕਹਿੰਦੇ ਕਿ ਕੋਈ ਨਵੀਂ ਸੜਕਾਂ ਵਾਲੇ ਪਾਸੇ ਨੂੰ ਤੁਸੀਂ ਕਦਮ ਵਧਾਏ ਨੇ, ਬੰਦ ਕਰਨ ਦਾ ਜ਼ਿਕਰ ਹੋ ਰਿਹਾ ਹੈ। ਕੋਈ ਦੱਸੋ ਤਾਂ ਸਹੀ, ਸੜਕਾਂ ਤਾਂ ਟੁੱਟੀਆਂ ਪਈਆਂ ਨੇ ਬੁਰੀ ਤਰ੍ਹਾਂ, ਨਾ ਕਾਂਗਰਸ ਨੇ ਬਣਾਈਆਂ ਨਾ ਤੁਸੀਂ ਬਣਾ ਰਹੇ ਹੋ, ਤੇ ਮਠਿਆਈ ਕਿਸੇ ਨੇ ਬਣਾਈ ਖਾ ਰਹੇ ਰੁਕਦਾ ਹੋਏਗਾ ਸਰ, ਮੇਰੇ ਕੋਲ ਸਮਾਂ ਖਤਮ ਹੋ ਚੱਲਿਆ। ਠੀਕ ਹੈ ਸੰਘੇੜਾ ਸਾਹਿਬ, ਸ਼ੁਕਰੀਆ, ਮਾਫੀ ਚਾਹੂੰਗਾ ਵਿਚਾਲੇ ਰੋਕ ਰਹੇ ਹਾਂ। ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਜੈਬੰਸ ਜੀ ਤੁਹਾਡਾ ਵੀ, ਪੀਰ ਮੁਹੰਮਦ ਜੀ ਤੁਹਾਡਾ ਵੀ ਧੰਨਵਾਦ, ਕਾਲੋ ਸਾਹਿਬ ਤੁਹਾਡਾ ਵੀ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਮੁੱਦਾ ਬਹੁਤ ਗੰਭੀਰ ਹੈ ਸਿੱਧੇ ਤੌਰ ਤੇ, ਕਿਉਂਕਿ ਲੋਕਾਂ ਦੇ ਨਾਲ ਜੁੜਿਆ ਹੋਇਆ, ਲੋਕਾਂ ਦੀ ਜੇਬ ਦੇ ਨਾਲ, ਪੈਸਿਆਂ ਦੇ ਨਾਲ ਜੁੜਿਆ ਹੋਇਆ ਇਹ ਪੂਰਾ ਮਸਲਾ ਹੈ। ਖੈਰ ਹੁਣ ਇਹ PR ਐਕਸਰਸਾਈਜ਼ ਸੀ ਜਾਂ ਫਿਰ ਆਖਿਰ ਇਸ ਦੇ ਪਿੱਛੇ ਵਜ੍ਹਾ ਕੀ ਹੈ? ਪਰ ਇੱਕ ਨਿਚੋੜ ਇਹ ਹੈ ਕਿ ਟੋਲ ਬੰਦ ਹੋ ਗਏ, ਔਰ ਜਿਹੜੇ ਲੋਕ ਉਹਨਾਂ ਤਿੰਨੇ ਟੋਲ ਪਲਾਜ਼ਾ ਤੋਂ ਹਫ਼ਤੇ 'ਚ 1-2 ਵਾਰੀ ਜਾਂ ਡੇਲੀ ਨਿਕਲਦੇ ਸੀ, ਔਰ ਜਿਨ੍ਹਾਂ ਨੂੰ ਪੈਸੇ ਦੇਣੇ ਪੈਂਦੇ ਸੀ, ਔਰ ਉਹਨਾਂ ਦੇ ਪਾਕਟ ਦੇ ਵਿੱਚ, ਜੇਬ ਦੇ ਵਿੱਚ 100-150 ਰੁਪਏ ਰੋਜ਼ ਦਾ ਬਚੇਗਾ, ਸ਼ਾਇਦ ਉਹਨਾਂ ਨੂੰ ਤਾਂ ਬਹੁਤ ਵਧੀਆ ਲੱਗੇ। ਪਰ ਉਮੀਦ ਕਰਦੇ ਹਾਂ ਕਿ ਨਾ ਸਿਰਫ ਇਹ ਟੋਲ ਪਲਾਜ਼ੇ, ਬਲਕਿ ਜਿਹੜੇ ਹੋਰ ਟੋਲ ਪਲਾਜ਼ੇ ਜਿਨ੍ਹਾਂ ਨੂੰ ਲੈ ਕੇ ਬਹੁਤ ਦਿੱਕਤ ਮਹਿਸੂਸ ਕਰਦੇ ਨੇ ਪੰਜਾਬੀ ਜਾਂ ਦੇਸ਼ ਦੇ ਲੋਕ, ਉਹਨਾਂ ਬਾਰੇ ਵੀ ਸਰਕਾਰਾਂ ਜ਼ਰੂਰ ਕੁਝ ਸੋਚਣ ਤੇ ਘੱਟੋ ਘੱਟ ਅਜਿਹਾ ਕੋਈ ਫਾਰਮੂਲਾ ਕੱਢਿਆ ਜਾਵੇ ਕਿ ਟੋਲ ਦੇਣਾ ਨਾ ਪਵੇ ਲੋਕਾਂ ਨੂੰ, ਜਿਹੜਾ ਸੜਕਾਂ ਦੇ ਉੱਤੇ ਟੋਲ ਹਰ ਵਾਰ ਦੇਣਾ ਪੈਂਦਾ। ਕੋਈ ਨਵੀਂ ਸੜਕ ਬਣੀ, ਸੜਕ ਬਾਅਦ 'ਚ ਬਣਦੀ ਹੈ, ਪਹਿਲਾਂ ਟੋਲ ਲਗਾ ਦਿੱਤਾ ਜਾਂਦਾ, ਟੋਲ ਵਸੂਲੀ ਸ਼ੁਰੂ ਹੋ ਜਾਂਦੀ ਹੈ। ਖੈਰ ਇਸ ਦੇ ਉੱਤੇ ਸਰਕਾਰਾਂ ਕੀ ਕੰਮ ਕਰਦੀਆਂ ਨਜ਼ਰ ਰਹੇਗੀ ਸਾਡੀ ਪ੍ਰਾਈਮ ਟਾਈਮ ਜੱਜ ਦਲੇਰ।